ਵੈਲਕਮ ਬੈਕ ਪਿਆਰੇ ਸਰੋਤਿਓ। ਪਹਿਲਾਂ ਤਾਂ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਆਪਣਾ ਨਵਾਂ ਸਾਲ ਚੜ੍ਹ ਗਿਆ, ਅੱਜ 1 ਜਨਵਰੀ ਹੈ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਕੱਲ ਜਿਹੜੀ ਪਿਛਲੀ ਰਾਤ ਸੀਗੀ 12 ਵਜੇ ਰਾਤ ਵੱਜਣ ਤੋਂ ਪਹਿਲਾਂ ਆਪਾਂ ਨਿਊ ਈਅਰ ਈਵ ਮਨਾ ਰਹੇ ਸੀਗੇ। ਦੁਨੀਆ ਦੇ ਤਕਰੀਬਨ ਲਗਭਗ ਸਾਰੇ ਹੀ ਦੇਸ਼ਾਂ ਦੇ ਵਿੱਚ 31 ਦਸੰਬਰ ਨੂੰ ਨਿਊ ਈਅਰ ਈਵ ਹੁੰਦੀ ਹੈ ਤੇ ਜਦੋਂ 12 ਵੱਜ ਜਾਂਦੇ ਨੇ ਤੇ ਨਵਾਂ ਸਾਲ ਚੜ੍ਹਦਾ ਹੈ। ਪਰ ਸਿਰਫ ਹੋਰ ਵੀ ਦੇਸ਼ ਨੇ 5-4, ਪਰ ਚਾਈਨਾ ਦੇ ਵਿੱਚ ਜਿਹੜੇ ਚੀਨ ਹੈ ਉਹ ਥੋੜੀ ਵੱਖਰੀ ਬੋਲੀ ਬੋਲਦਾ ਹੈ ਤੇ ਇਹਨਾਂ ਦਾ ਜਿਹੜਾ ਨਵਾਂ ਸਾਲ ਹੈ ਉਹ ਇਸ ਵਾਰ 22 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਇਹ 22 ਜਨਵਰੀ ਨੂੰ ਮਨਾਉਂਦੇ ਨੇ, ਬਾਕੀ ਕਿਸੇ ਨੂੰ ਨਹੀਂ ਮਨਾਉਂਦੇ। ਸੋ ਜਿਹੜੀ ਗੱਲ ਮੰਨਣ ਵਾਲੀ ਹੈ ਵੀ ਜਦੋਂ ਨਿਊ ਈਅਰ ਈਵ ਹੁੰਦੀ ਹੈ ਜਾਂ ਰਾਤੀ ਜਿਹੜਾ ਕੱਲ ਦਾ ਜਿਹੜਾ ਪ੍ਰੋਗਰਾਮ ਸੀਗਾ, ਬਹੁਤੀ ਦੁਨੀਆ ਉਹ ਕਿਵੇਂ ਮਨਾਉਂਦੀ ਹੈ। ਕੋਈ ਹੋਟਲਾਂ 'ਚ ਜਾਂਦੀ ਹੈ, ਵਧੀਆ ਵਧੀਆ ਖਾਣੇ ਖਾਂਦੀ ਹੈ, ਦਾਰੂ ਪੀਂਦੀ ਹੈ, ਭਾਂਤ ਦੇ ਡਾਂਸ ਕਰਦੀ ਹੈ। ਤੇ ਅਮਰੀਕਾ ਦੇ ਵਿੱਚ ਜਿਹੜਾ ਨਿਊਯਾਰਕ ਸਿਟੀ ਹੈ ਉਹਦੇ ਵਿੱਚ ਇੱਕ ਵਨ ਟਾਈਮ ਸਕੁਏਅਰ ਹੈ। ਵਨ ਟਾਈਮ ਸਕੁਏਅਰ ਇੱਕ ਬਿਲਡਿੰਗ ਦਾ ਨਾਮ ਹੈ ਤੇ ਉਹਦੇ ਵਿੱਚ ਉਹਦੀ ਛੱਤ ਦੇ ਉੱਤੇ ਇੱਕ ਪੋਲ ਲੱਗਿਆ ਹੋਇਆ ਹੈ ਤੇ ਪੋਲ ਦੇ ਉੱਤੇ ਇੱਕ ਰਾਉਂਡ ਗੋਲ ਚੱਕਰ ਦਾ 5 ਫੁੱਟ ਦਾ, ਜਿਹਦੇ ਵਿੱਚ ਕ੍ਰਿਸਟਲ ਕਲੀਅਰ ਸਿਲਵਰ ਲਾਈਟਸ ਹੁੰਦੀਆਂ, ਬੜੀਆਂ ਚਮਕਦੀਆਂ ਨੇ। ਜਦੋਂ 11:59 ਹੁੰਦੇ ਨੇ, ਕੱਲ ਅਸੀਂ ਆਪ ਵੀ ਦੇਖਿਆ ਸੀ, ਉਹ ਜਿਹੜੀ ਗੇਂਦ ਹੈ ਬਾਲ ਉਹ ਥੱਲੇ ਸਿਰਕਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ 10 9 8 7 5 4 3 2 1 ਕਰਕੇ ਹੈਪੀ ਨਿਊ ਈਅਰ ਉਹ ਲਾਈਟਾਂ ਜਲਦੀਆਂ ਨੇ, ਲੋਕ ਖੁਸ਼ੀ ਦਾ ਦਿਨ ਮਨਾਉਂਦੇ ਨੇ। ਇਹ ਜਿਹੜਾ ਪ੍ਰੋਗਰਾਮ ਹੈ ਟੀਵੀ ਤੇ ਵੀ ਟੈਲੀਕਾਸਟ ਕੀਤਾ ਜਾਂਦਾ, ਵੱਖ-ਵੱਖ ਦੇਸ਼ਾਂ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਹੁੰਦਾ, ਕਿਉਂਕਿ ਰਾਤ 12 ਵਜੇ ਅਲੱਗ-ਅਲੱਗ ਦੇਸ਼ਾਂ ਦੇ ਅਲੱਗ-ਅਲੱਗ ਸਮੇਂ ਦੇ ਉੱਤੇ ਵੱਜਦੇ ਨੇ। ਗੱਲ ਇਹ ਹੈ ਵੀ ਜਿੱਥੇ ਬਹੁਤੀ ਦੁਨੀਆ ਨਵਾਂ ਸਾਲ ਮਨਾਉਣ ਦੇ ਲਈ ਉਹ ਸ਼ਰਾਬਾਂ ਕਰਾਬਾਂ ਨਾਚ ਡਾਂਸ ਗਾਣੇ ਬੀਅਰ ਦੀਆਂ ਬੋਤਲਾਂ ਦੇ ਡਾਟੇ ਖੋਲ੍ਹਣੇ, ਉਹਦੇ ਬਾਹਰ ਨੂੰ ਕੱਢਦੇ ਹੁੰਦੇ ਨੇ ਜੋ ਕੁਝ ਵੀ, ਮੈਨੂੰ ਤਾਂ ਪਤਾ ਨਹੀਂ ਹੈ, ਤੇ ਉੱਥੇ ਜਾ ਕੇ ਨਵਾਂ ਸਾਲ ਖੁਸ਼ੀ ਮਨਾਉਂਦੇ ਨੇ। ਪਰ ਕੁਝ ਲੋਕ ਅਜਿਹੇ ਵੀ ਨੇ ਜਿਹੜੇ ਨਵੇਂ ਸਾਲ ਦੀ ਸ਼ੁਰੂਆਤ ਉਸ ਸ਼ੁਰੂਆਤ ਨੂੰ ਕਿਵੇਂ ਕਰਦੇ ਨੇ, ਆਪਣੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ, ਗੁਰਦੁਆਰੇ ਜਾਂਦੇ ਨੇ, ਮੰਦਿਰ ਜਾਂਦੇ ਨੇ, ਚਰਚਿਸ ਦੇ ਜਾਂਦੇ ਨੇ, ਸਤਸੰਗਾਂ ਦੇ ਵਿੱਚ ਜਾਂਦੇ ਨੇ, ਜੇ ਕਿਸੇ ਸੰਤ ਬਾਬੇ ਨੂੰ ਮੰਨਦਾ ਉੱਥੇ ਜਾਂਦੇ ਨੇ ਤੇ ਉਸ ਵੇਲੇ ਉਹ ਰਾਤ ਨਵਾਂ ਸਾਲ ਚੜ੍ਹਾਉਣ ਤੋਂ ਪਹਿਲਾਂ ਆਪਣੀ ਮੈਡੀਟੇਸ਼ਨ ਕਰਦੇ ਨੇ ਤੇ ਰੱਬ ਦਾ ਸ਼ੁਕਰ ਕਰਦੇ ਨੇ ਕਿ ਨਵਾਂ ਸਾਲ ਉਹਦੀ ਯਾਦ ਦੇ ਵਿੱਚ ਚੜ੍ਹੇ। ਦੇਖੋ ਹੁਣ ਜਿਹੜੀ ਨਿਊ ਈਅਰ ਈਵ ਹੈ ਇਹਦਾ ਮਤਲਬ ਹੀ ਇਹ ਹੈ ਕਿ ਅਸੀਂ ਆਪਣਾ ਹਿਸਾਬ ਕਿਤਾਬ ਕਰੀਏ ਕਿ ਜਿਹੜਾ ਨਵਾਂ ਸਾਲ ਹੁਣ ਜਿਹੜਾ ਚੜ੍ਹਿਆ ਨਾ ਉਹਦੇ ਲਈ ਅਸੀਂ ਰੈਜ਼ੋਲੂਸ਼ਨ ਮਨਾਉਂਦੇ ਹਾਂ, ਉਹਦੇ ਲਈ ਅਸੀਂ ਪਲੈਨਿੰਗ ਕਰਦੇ ਹਾਂ ਤੇ ਜਿਹੜਾ ਅਸੀਂ ਪਿਛਲਾ ਸਾਲ ਲੰਘਾ ਲਿਆ ਜਿਹੜਾ 2022 ਦਾ ਉਹਦੇ ਵਿੱਚ ਅਸੀਂ ਕੀ ਚੰਗੇ ਕੰਮ ਕੀਤੇ, ਜੇ ਚੰਗੇ ਕੰਮ ਕੀਤੇ ਉਹਨਾਂ ਨੂੰ ਅੱਗੇ ਕੰਟੀਨਿਊ ਕਰਨਾ ਤੇ ਜਿਹੜੇ ਮਾੜੇ ਕੰਮ ਕੀਤੇ ਉਹਦੇ ਲਈ ਤੋਬਾ ਕਰਨਾ ਕਿ ਅੱਗੇ ਤੋਂ ਨਹੀਂ ਕਰਨਾ। ਮਾੜੇ ਕੰਮ ਕੀ ਕਰਦੇ ਨੇ, ਜਿਹੜੀਆਂ ਸਾਡੀਆਂ ਬੁਰੀਆਂ ਆਦਤਾਂ ਨੇ ਨਾ, ਜਿਹੜੀ ਨਿੰਦਿਆ ਚੁਗਲੀ ਦੀ ਹੈ, ਐਵੇਂ ਹੀ ਨੈਗੇਟਿਵ ਸੋਚ ਹੈ, ਹਾਂਜੀ ਨਫ਼ਰਤ ਹੈ, ਜੈਲਸੀ ਹੈ ਤੇ ਇਸੇ ਤਰ੍ਹਾਂ ਹੀ ਕਿਸੇ ਨੂੰ ਦੇਖ ਕੇ ਸ਼ੇਖੀ ਮਾਰਨ ਦੀ ਆਦਤ, ਸਾਰੀਆਂ ਸਾਨੂੰ ਪਤਾ ਹੀ ਹੈ, ਬਾਰ-ਬਾਰ ਦੱਸਣ ਦੀ ਲੋੜ ਨਹੀਂ। ਉਹਨਾਂ ਦੇ ਵਿੱਚ ਜਿੰਨਾ ਘਟਾ ਹੋ ਜੇ, ਸੋਚੋ ਉਸ ਦਿਨ ਰਾਤ ਨੂੰ ਬੈਠ ਕੇ ਕਿ ਆਹ ਆਦਤਾਂ ਮੇਰਾ ਪਿਛਲੇ ਸਾਲ ਦੇ ਮੁਕਾਬਲੇ 'ਚ ਕੁਝ ਘਟੀਆਂ ਤੇ ਜੇ ਨਹੀਂ ਘਟੀਆਂ ਤਾਂ ਨੈਕਸਟ ਈਅਰ ਮੈਂ ਕੀ ਕਰਾਂ ਤੇ ਜਿਹਦੇ ਨਾਲ ਇੱਕ ਆਦਤਾਂ ਕਰਨ, ਕਿਉਂਕਿ ਜਿਹੜੀਆਂ ਬੁਰੀਆਂ ਆਦਤਾਂ ਇਹਦਾ ਕੋਈ ਫਾਇਦਾ ਨਹੀਂ। ਨਵੇਂ ਸਾਲ ਦੀ ਸ਼ੁਰੂਆਤ ਨਵੇਂ ਤਰੀਕੇ ਨਾਲ ਕਰੀਏ। ਨਵਾਂ ਤਰੀਕਾ ਕੀ ਹੈ, ਕਾਹਦੀ ਸ਼ੁਰੂਆਤ ਕਰੀਏ, ਨੇਕ ਅਮਾਲਾਂ ਦੀ, ਉਸ ਇੱਕ ਤਾਕਤ ਨੂੰ ਸਮਝਣ ਦੀ ਜਿਹਨੇ ਸਾਨੂੰ ਪੈਦਾ ਕੀਤਾ ਹੈ। ਅਸੀਂ ਜਿਹੜਾ ਜ਼ਿੰਦਗੀ ਦੇ ਵਿੱਚ ਇੱਥੇ ਜੂਨ ਆਏ ਹਾਂ, ਧਰਤੀ ਦੇ ਉੱਤੇ ਆ ਕਿ ਸਾਡਾ ਅਸੀਂ ਭਾਰ ਢੋਣਾ, ਖਾਣਾ ਪੀਣਾ, ਜੰਮਣਾ, ਬੱਚੇ ਜੰਮਣੇ ਤੇ ਬੁੱਢੇ ਹੋ ਕੇ ਨਿੰਦਿਆ ਚੁਗਲੀ ਕਰਨਾ, ਇਹੀ ਸਾਡਾ ਪਰਪਸ ਹੈ। ਸੋ ਵਟ ਇਜ਼ ਦਾ ਅਲਟੀਮੇਟ ਗੋਲ ਆਫ ਆਵਰ ਲਾਈਫ? ਜ਼ਿੰਦਗੀ ਦਾ ਪਰਪਸ ਕੀ ਹੈ ਜੀਉਣ ਦਾ? ਬਾਹਲੇ ਲੋਕ ਕਹਿੰਦੇ ਨੋ ਜੀ ਨੋਟ ਕਮਾ ਲਓ, ਐਸ਼ ਕਰਦੇ ਆ, ਖਾ ਲਓ ਪੀ ਲਓ, ਐਸ਼ ਕਰਦੇ ਆ, ਬੱਚੇ ਜੰਮ ਲਏ, ਐਸ਼ ਕਰਦੇ ਆ, ਵੱਡੇ ਕੰਮ ਲੈ ਲਿਓ, ਐਸ਼ ਕਰਦੇ ਹੋ। ਇਹਨਾਂ 'ਚੋਂ ਐਸ਼ ਨਹੀਂ ਮਿਲਦੀ, ਕਿਸੇ ਨੂੰ ਅੱਜ ਤੱਕ ਮਿਲੀ ਨਹੀਂ ਹੈ। ਇਹ ਉਸੇ ਤਰ੍ਹਾਂ ਹੀ ਆ, ਜਦੋਂ ਜਿਸ ਤਰ੍ਹਾਂ ਇੱਕ ਫੋੜੇ ਦੇ ਵਿੱਚੋਂ ਪਸ ਨਿਕਲਦੀ ਹੈ ਨਾ, ਇਸ ਤਰ੍ਹਾਂ ਲੋਕਾਂ ਦੇ, ਅਮੀਰ ਲੋਕਾਂ ਦੇ, ਵੱਡੇ ਵੱਡੇ ਜਾਇਦਾਦਾਂ ਲੈਂਦੇ ਪਸ ਨਿਕਲਦੀ ਹੈ। ਰਾਤ ਨੂੰ ਨੀਂਦ ਨਹੀਂ ਆਉਂਦੀ, ਜਿੱਥੇ ਮਰਜ਼ੀ ਚਲੇ ਜਾਣ, ਡਰ ਹੁੰਦਾ ਕਿ ਅਲਾਰਮ ਤੇ ਕੋਈ ਚੋਰੀ ਨਾ ਹੋ ਜੇ, ਕੋਈ ਕਾਰ ਨਾ ਚੱਕ ਕੇ ਲੈ ਜੇ, ਕੋਈ ਘਰ ਦੇ ਉੱਤੇ ਕੋਈ ਠੱਗੀ ਠੋਰੀ ਨਾ ਜੋ, ਕੋਈ ਵਿਜੀਲੈਂਸ ਦੇ ਛਾਪੇ ਨਾ ਪੈ ਜਾਣ। ਤੇ ਇਸ ਕਰਕੇ ਆਨੰਦ ਸਿਰਫ ਉਦੋਂ ਹੀ ਆਉਂਦਾ ਹੈ ਜਦੋਂ ਅਸੀਂ ਹੱਕ ਹਲਾਲ ਦੀ ਕਮਾਈ ਕਰਦੇ ਹਾਂ, ਜਦੋਂ ਅਸੀਂ ਚੰਗੇ ਭਾਣੇ 'ਚ ਰਹਿੰਦੇ ਹਾਂ, ਜਦੋਂ ਅਸੀਂ ਸੋਚਣ ਦੀ ਕੋਸ਼ਿਸ਼ ਕਰਦੇ ਹਾਂ ਕਿ ਲਾਈਫ ਇਜ਼ ਟੂ ਸ਼ਾਰਟ। ਜਿਵੇਂ ਕਿਹਾ ਗਿਆ ਨਾ, ਜ਼ਿੰਦਗੀ ਬਹੁਤ खूबसूरत है, जिंदगी बहुत खूबसूरत है, मगर इसे समझने की जरूरत है। जो ना समझा वो शैतान का रूप। शैतान का रूप की समझते नहीं भी वो भी कमाई जाता, मैं भी कमाई जाना, वो भी पुठियां सीधियां आदतां ने, सैक्स दी आदतां ने, पैसे की आदत है, झूठ बोलने की आदत है, भी बड़ा इंजॉय करते हैं किसी ने बेवकूफ बना के। ये जो इस तरह का सोचने का नजरिया है, जो ना समझा वो शैतान का रूप, जो समझ गया वो भगवान का मूर्त है।
सो कहण दा मतलब भगवान की मूर्त उदों बनती जो सोचते भी आ जिहड़ियां हेरा फेरियां करदे हैं, ठगी ठोरियां करदे हैं, मजाक करदे हैं, चलाकियां करदे हैं, तो ਇਹਦਾ कोई फायदा नहीं। अल्टीमेटली वी आर द लूजर। जिस तरह कहा जाता, मैं अक्सर कहना मैनूं हुण याद नहीं आ रहा, चलाकी नहीं चलनी तकसीमा जरबां दी, प्रेम प्यार नाल लुट लै भावें दौलत अरबां दी, कुछ इस तरह की वर्डिंग हुंदी है कि लव इज गॉड एंड गॉड इज लव। प्यार करो, खलकत नाल प्यार करो, क्योंकि सारी खलकत दे विच परमात्मा बसदा है। वो खलकत जे कोई बंदा बुरे काम करदा ना, उहदियां बुरी सुभाਅ करके है, पर वो आप बुरा नहीं, जदों उहदा सुभाਅ चेंज हो जाऊगा, आदतां सिंघ ਉਹੀ ਬੰਦਾ ਜਿਹੜਾ ਚੰਗਾ ਬਣ ਜਾਂਦਾ ਹੈ। ਸੋ ਇੱਕ ਵਾਰੀ ਕਿਸੇ ਨੇ ਜਿਹੜਾ ਮੌਲਾਨਾ ਰੂਮ ਸੀਗੇ, ਜਿਹਨੂੰ ਰੂਮੀ ਕਿਹਾ ਜਾਂਦਾ, ਉਹਨੂੰ ਕਿਸੇ ਨੇ ਪੁੱਛਿਆ, ਉਹਦੇ ਚੇਲੇ ਨੇ, ਕਹਿੰਦੇ ਜੀ ਸਾਨੂੰ ਐ ਦੱਸੋ ਵੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਆਨੰਦ ਕਿਵੇਂ ਆਵੇ, ਕਿਉਂਕਿ ਅਸੀਂ ਦੁਖੀ ਰਹਿੰਦੇ ਆ, ਜਿੰਨੇ ਮਰਜ਼ੀ ਪੈਸੇ ਆ ਜਾਣ ਫੇਰ ਦੁੱਖ। ਸੋ ਇਸ ਕਰਕੇ ਉਹ ਕਹਿੰਦੇ ਪਾਵਰ ਜਿੰਨੀ ਮਰਜ਼ੀ ਆ ਜਾਏ ਫੇਰ ਦੁੱਖ। ਸੋ ਜ਼ਿੰਦਗੀ ਦੇ ਵਿੱਚ ਕਹਿੰਦੇ ਸੁੱਖ ਸ਼ਾਂਤੀ ਐਸ਼ ਆਨੰਦ ਕਿਵੇਂ ਆਵੇ, ਇਹਦਾ ਜਵਾਬ ਮੌਲਾਨਾ ਰੂਮ ਨੂੰ ਕਿਸੇ ਨੇ ਪੁੱਛਿਆ, ਤਾਂ ਮੌਲਾਨਾ ਰੂਮ ਨੇ ਕਿਹਾ ਆਪਣੇ ਸ਼ਾਗਿਰਦਾਂ ਨੂੰ ਵੀ ਉਹ ਰੱਸਾ ਪਿਆ ਦਰਖਤ ਨਾਲ ਬੰਨ੍ਹ ਦਿਓ। ਉਹਨਾਂ ਨੇ ਇੱਕ ਰੱਸਾ ਜਿਹੜਾ ਸੀਗਾ, ਰੋਪ ਜਿਹੜੀ ਸੀਗੀ, ਉਹ ਦਰਖਤ ਨਾਲ ਬੰਨ੍ਹਤੀ, ਤੇ ਜਿਹਨੇ ਸਵਾਲ ਪੁੱਛਿਆ ਸੀ ਉਹਨੂੰ ਦੂਸਰਾ ਸਿਰਾ ਫੜਾਤਾ। ਕਹਿੰਦੇ ਭਾਈ ਸਾਹਿਬ ਤੁਹਾਡੇ ਸਵਾਲ ਦਾ ਜਵਾਬ ਦੇਣਾ, ਆਹ ਜਿਹੜਾ ਰੱਸਾ ਮੈਂ ਬੰਨਿਆ ਨਾ ਦਰਖਤ ਦੇ ਨਾਲ, ਇਹਨੂੰ ਖਿੱਚ ਕੇ ਫੜ ਕੇ ਰੱਖਿਓ, ਬਸ ਮੈਂ ਤੁਹਾਨੂੰ ਦਿੰਨਾ ਜਵਾਬ। ਉਹ ਕਹਿੰਦਾ ਠੀਕ ਹੈ ਜੀ। ਉਹਨੇ ਰੱਸਾ ਫੜ ਕੇ ਖਿੱਚਣ ਲੱਗ ਗਿਆ, ਤੇ ਮੌਲਾਨਾ ਰੂਮ ਜਿਹੜੇ ਸੀਗੇ ਉਹ ਆਪਣੀ ਕੁਟੀਆ 'ਚ ਚਲੇ ਗਏ। ਜਦੋਂ ਕੁਟੀਆ ਚਲੇ ਗਏ 15-20 ਅੱਧਾ ਘੰਟਾ ਉਹ ਜ਼ੋਰ ਦੀ ਖਿੱਚ ਰਿਹਾ, ਉਹਦੇ ਹੱਥਾਂ ਤੇ ਪੈ ਗਏ ਨੀਲ, ਖੂਨ ਸੁੱਕਣ ਲੱਗ ਗਿਆ, ਜੰਮਣ ਲੱਗ ਗਿਆ, ਤਕਲੀਫ ਹੋਣੀ ਸ਼ੁਰੂ ਹੋ ਗਈ। ਜਦੋਂ ਅੱਧੇ ਕੁ ਘੰਟੇ ਬਾਅਦ ਆਏ ਤੇ ਮੌਲਾਨਾ ਰੂਮੀ ਤੇ ਜਿਹੜੇ ਉਹਦੇ ਬਾਕੀ ਵੀ ਚੇਲੇ ਸੀ, ਉਹ ਹੈਰਾਨ ਸੀ ਵੀ ਇਹ ਸਵਾਲ ਦਾ ਜਵਾਬ ਕੀ ਹੈ। ਸਵਾਲ ਤਾਂ ਇਹਨੇ ਪੁੱਛਿਆ ਵੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਆਰਾਮ ਆਨੰਦ ਕਿਵੇਂ ਆਊਗਾ, ਤੇ ਆਹ ਰੱਸਾ ਫੜਾਤਾ ਇਹਨੂੰ, ਤੇ ਰੱਸੇ ਦਾ ਇਹਦੇ ਨਾਲ ਕੀ ਲਿੰਕ ਹੈ ਸਵਾਲ ਦੇ ਜਵਾਬ ਦਾ। ਤੇ ਜਦੋਂ ਰੂਮੀ ਸਾਹਿਬ ਵਾਪਸ ਆਏ ਤੇ ਉਹਨੂੰ ਭਾਈ ਨੂੰ ਪੁੱਛਿਆ, ਕਹਿੰਦੇ ਕੀ ਹਾਲ ਹੈ? ਕਹਿੰਦਾ ਮਹਾਰਾਜ ਜੀ ਬਹੁਤ ਬੁਰਾ ਹਾਲ ਹੈ, ਰੱਸਾ ਖਿੱਚ ਕੇ ਮੇਰੇ ਤਾਂ ਲਾਸ਼ਾਂ ਪੈ ਗਈਆਂ, ਖੂਨ ਜੰਮ ਗਿਆ। ਕਹਿੰਦਾ ਫਿਰ ਛੱਡ ਦੇ। ਜਦੋਂ ਉਹਨੇ ਛੱਡਿਆ, ਕਹਿੰਦਾ ਹੁਣ ਕੀ ਹਾਲ ਹੈ? ਕਹਿੰਦਾ ਜੀ ਹੁਣ ਬਸ ਹੁਣ ਚੈਨ ਆਇਆ ਸੁੱਖ ਦਾ, ਹੁਣ ਮਾੜਾ ਮੋਟਾ ਹੁਣ ਆਇਆ, ਨਹੀਂ ਤਾਂ ਮੇਰਾ ਦਰਦ ਹੀ ਵਧੀ ਜਾਂਦਾ ਸੀ, ਦਰਦ ਹੀ ਵਧੀ ਜਾਂਦਾ ਸੀ। ਕਹਿੰਦਾ ਬਸ ਇਹੀ ਤੇਰੇ ਸਵਾਲ ਦਾ ਜਵਾਬ ਹੈ। ਉਹ ਕਹਿੰਦਾ ਜੀ ਸਮਝਿਆ ਨਹੀਂ। ਕਹਿੰਦਾ ਦੇਖ ਤੈਨੇ ਇੱਕ ਰੱਸਾ ਫੜਿਆ ਸੀਗਾ ਘੁੱਟ ਕੇ, ਤੇ ਉਹਦੇ ਨਾਲ ਤੈਨੂੰ ਕਿੰਨੀ ਤਕਲੀਫ ਹੋਈ, ਪਰ ਤੇਰੇ ਅੰਦਰ ਤਾਂ ਕਿੰਨੀਆਂ ਰੱਸੀਆਂ ਨੇ, ਕਾਮ ਦੀ, ਕ੍ਰੋਧ ਦੀ, ਹੇਰਾ ਫੇਰੀ ਦੀ, ਝੂਠ ਫਰੇਬ ਦੀ, ਚਿੰਤਾ ਦੀ, ਲਾਲਚ ਦੀ। ਇਹ ਜਿਹੜੀਆਂ ਰੱਸੀਆਂ ਹਰ ਵਕਤ ਅਸੀਂ ਉਹਦੇ ਨਾਲ ਚੁੰਮੜੇ ਰਹਿਣੇ, ਸਵਾਦ ਆਉਂਦਾ ਹੈ, ਤੇ ਇਸੇ ਕਰਕੇ ਸਾਨੂੰ ਦੁੱਖ ਨੇ। ਜਦੋਂ ਇਹਨਾਂ ਨੂੰ ਛੱਡ ਦਿਆਂਗੇ ਵੀ ਆਪਾਂ ਨੂੰ ਕੀ ਲੋੜ ਹੈ ਲਾਲਚ ਕਰਨ ਦੀ, ਆਪਾਂ ਨੂੰ ਕੀ ਲੋੜ ਹੈ ਹੇਰਾ ਫੇਰੀ ਕਰਨ ਦੀ, ਆਪਾਂ ਨੂੰ ਕੀ ਲੋੜ ਹੈ ਨਿੰਦਿਆ ਚੁਗਲੀ ਕਰਨ ਦੀ, ਆਪਾਂ ਨੂੰ ਕੀ ਲੋੜ ਹੈ ਨਫ਼ਰਤ ਕਰਨ ਦੀ, ਆਪਾਂ ਨੂੰ ਕੀ ਲੋੜ ਹੈ ਕ੍ਰਿਟੀਸਾਈਜ਼ ਕਰਨ ਦੀ, ਆਪਾਂ ਨੂੰ ਕੀ ਲੋੜ ਹੈ ਬਹਿਸ ਕਰਨ ਦੀ। ਉਹਦੀ ਥਾਂ ਤੇ 2 ਮਿੰਟ ਮੈਡੀਟੇਸ਼ਨ ਕਰ ਲਓ, ਤੁਹਾਨੂੰ ਆਨੰਦ ਆਊਗਾ। ਸੋ ਇਸੇ ਕਰਕੇ ਕਿਹਾ ਜਾਂਦਾ ਨਾ कि हमेशा के लिए रहना नहीं, हमेशा के लिए रहना नहीं, इस दौरे फानी में कुछ अच्छा काम कर लो, 4 दिन की जिंदगानी में चंगे काम करो। चंगा काम की चंगी जिहड़ी सोच होवे ना, जिवें किसी ने कहा सीगा, हुण मैनूं याद नहीं आ रहा, शायद महात्मा बुद्ध ने कहा सी जां किसी होर फिलोसफर ने कहा सीगा कि जिहड़ी है ना जिहड़ी सोच है ਉਹੀ ਸਾਡੇ ਕਰੈਕਟਰ ਨੂੰ ਬਣਾਉਂਦੀ ਹੈ। ਸੋਚ ਦੇ ਵਿੱਚ ਜਿਹੋ ਜਿਹਾ ਅਸੀਂ ਸੋਚਦੇ ਹਾਂ ਉਹੀ ਸਾਨੂੰ ਆਦਤਾਂ ਪੈ ਜਾਂਦੀਆਂ। ਜੇ ਅਸੀਂ ਸੋਚਦੇ ਹਾਂ ਵੀ ਖਾਓ ਪੀਓ ਐਸ਼ ਕਰੋ ਤੇ ਆਰਾਮ ਆਉਂਦਾ, ਫਿਰ ਉਸ ਤਰ੍ਹਾਂ ਹੁੰਦੀ ਹੈ। ਸੋ ਇਸੇ ਕਰਕੇ ਜਿਹੜੀ ਤਹਿਜੀਬ ਹੈ ਨਾ, ਇੱਕ ਗੱਲ ਇਸ ਕੋਲ ਅਕਲ ਨਾਲ ਅਦਾਬ ਆਉਂਦਾ ਹੈ, ਅਕਲ ਨਾਲ ਅਦਾਬ ਆਉਂਦਾ ਹੈ ਵੀ ਜਿਹੜੀ ਅਕਲ ਹੋਵੇ ਨਾ ਉਹਦੇ ਨਾਲ ਹੀ ਸਾਨੂੰ ਬੋਲਣ ਚੱਲਣ ਦਾ ਢੰਗ ਆਉਂਦਾ ਹੈ, ਔਰ ਹਿੰਮਤ ਨਾਲ ਕਾਮਯਾਬੀ ਆਉਂਦੀ ਹੈ। ਸੋ ਜਿਹੜੀ ਅਕਲ ਹੈ ਨਾ, ਜਿਹੜੇ ਹੁਣ ਬੰਦੇ ਪਹਿਲਾਂ ਬੋਲਣ ਦਾ ਸਲੀਕਾ ਹੋਣਾ, ਛੋਟੀਆਂ ਛੋਟੀਆਂ ਗੱਲਾਂ, ਵੱਡੇ ਨਾ ਨਵੇਂ ਸਾਲ 'ਚ ਰੈਜ਼ੋਲੂਸ਼ਨ ਬਣਾਓ ਕਿ ਮੈਂ ਆਹ ਕਰ ਦੂੰ ਉਹ ਕਰ ਦੂੰ, ਹੋਣਿਆ ਨਹੀਂ। ਜਿਹੜੀ ਛੋਟੀਆਂ ਛੋਟੀਆਂ ਗੱਲਾਂ ਸਾਡੇ ਹੱਥ 'ਚ ਹੈ ਉਹ ਤਾਂ ਅਸੀਂ ਕਰ ਸਕਦੇ ਹਾਂ। ਪਹਿਲੀ ਗੱਲ ਤਾਂ ਸਾਨੂੰ ਬੋਲਣ ਦਾ ਸਲੀਕਾ ਹੋਣਾ ਚਾਹੀਦਾ, ਆਪਣੇ ਤੋਂ ਵੱਡੇ ਨਾਲ ਕਿਸ ਤਰ੍ਹਾਂ ਬੋਲਣਾ ਹੈ। ਉਹ ਤੁਸੀਂ ਉਹਨੂੰ ਜਿਹੜਾ ਵੱਡਾ ਉਹ ਤੁਹਾਨੂੰ ਤੁਸੀਂ ਕਾਕਾ ਜੀ ਕੀ ਹਾਲ ਹੈ, ਹੋਰ ਮਾਵਾ ਠੀਕ ਹੈ, ਤੁਸੀਂ ਉਹਨੂੰ ਤੂੰ ਕਹਿ ਕੇ ਬੁਲਾਉਂਦੇ ਹੋ, ਤੇ ਉਹ ਉੱਥੋਂ ਪਤਾ ਲੱਗਦਾ ਵੀ ਤੁਸੀਂ ਕਿੰਨੇ ਕੁ ਪੜ੍ਹੇ ਲਿਖੇ ਹੋ, ਕਿੰਨੀ ਕੁ ਤੁਹਾਨੂੰ ਅਕਲ ਹੈ। ਤੇ ਜੇ ਸਕੀਮਾਂ ਬਣਾਈ ਜਾਓਗੇ ਉਹਨੂੰ ਐਕਸ਼ਨ ਨਹੀਂ ਕਰਦੇ ਤਾਂ ਉੱਥੇ ਦੇ ਉੱਥੇ ਬੈਠੇ ਰਹਿਣੇ ਹੋ। ਸੋ ਇਸੇ ਕਰਕੇ ਕਹਿੰਦੇ ਹਿੰਮਤ ਕਰੋ, ਹਿੰਮਤ ਕਰੇ ਇਨਸਾਨ ਤੋਂ ਕਿਆ ਕੁਛ ਹੋ ਨਹੀਂ ਸਕਦਾ। ਹਿੰਮਤ ਕਰੋ ਤੇ ਜ਼ਰੂਰ ਤੁਸੀਂ ਆਪਣੇ ਜਿਹੜਾ ਮੋਟਿਵ ਨੂੰ ਹੈ ਉਹਨੂੰ ਪਾ ਲਓਗੇ। ਪਰ ਚੱਕਰ ਇਹ ਹੈ ਕਿ ਸਾਨੂੰ ਫਿਊਚਰ ਦੇ ਬਾਰੇ ਪਤਾ ਨਹੀਂ ਹੈ। ਅਸੀਂ ਵੱਡੀਆਂ ਸਕੀਮਾਂ ਬਣਾ ਰਹੇ ਹਾਂ ਕਿ ਸਾਨੂੰ ਸੱਚੇ ਪਾਤਸ਼ਾਹ ਜੇ ਵਿਆਹ ਨਹੀਂ ਹੁੰਦਾ ਮੁੰਡੇ ਦਾ ਕੁੜੀ ਦਾ ਵਿਆਹ ਕਰਦੇ, ਜੇ ਨਾ ਕੀਤਾ ਤਾਂ ਸਾਨੂੰ ਲੋਕ ਕੀ ਕਹਿਣਗੇ, ਲੋਕ ਸਾਨੂੰ ਕ੍ਰਿਟੀਸਾਈਜ਼ ਕਰਦੇ ਨੇ। ਸਾਨੂੰ ਇਹ ਨਹੀਂ ਪਤਾ ਜੇ ਵਿਆਹ ਹੋ ਗਿਆ ਮੁੜ ਕੇ 6 ਮਹੀਨਿਆਂ ਨੂੰ ਡਾਈਵੋਰਸ ਹੋ ਗਿਆ ਫਿਰ ਅਸੀਂ ਜ਼ਿਆਦਾ ਰੋਵਾਂਗੇ। ਸੋ ਉਹਦੀਆਂ ਪਲੈਨਿੰਗਸ ਉਹਨੂੰ ਪਤਾ ਹੈ, ਜਾਂ ਅਸੀਂ ਅੰਦਰ ਵੜੀਏ ਮੈਡੀਟੇਸ਼ਨ ਕਰਕੇ ਫਿਰ ਸਾਨੂੰ ਪਤਾ ਲੱਗ ਸਕਦਾ ਹੈ। ਸੋ ਜਿੰਨਾ ਚਿਰ ਅਸੀਂ ਅੰਦਰ ਨਹੀਂ ਵੜਦੇ ਫਿਰ ਉਸ ਨੂੰ ਪਤਾ ਹੈ। ਸੋ ਇਸੇ ਕਰਕੇ ਕਹਿੰਦੇ ਕਿ ਵੀ ਪਲਾਨ ਬਿਗ ਥਿੰਗਸ, ਅਸੀਂ ਵੱਡੀਆਂ ਸਕੀਮਾਂ ਬਣਾ ਲੈਂਦੇ ਹਾਂ। ਵੀ ਪਲਾਨ ਬਿਗ ਥਿੰਗਸ
ਫॉर ਟੁਮਾਰੋ ਕਿ ਕੱਲ ਨੂੰ ਸਾਨੂੰ ਐਂ ਹੋ ਜੇ ਲਾਟਰੀ ਨਿਕਲਿਆ ਮੈਨੂੰ ਕਰੋੜ ਆ ਜੇ 2 ਕਰੋੜ ਆ ਜੇ ਆ ਜੂਗੀ ਲਾਟਰੀ ਨਾ ਫਿਰ ਦੇਖਿਓ ਕਿੰਨੀਆਂ ਪੰਗੇ ਪੈਂਦੇ ਨੇ ਵੀ ਪਲਾਨ ਬਿਗ ਥਿੰਗਸ ਫॉर ਟੁਮਾਰੋ ਇਨ ਸਪਾਈਟ ਆਫ ਜ਼ੀਰੋ ਨੌਲੇਜ ਆਫ ਆਵਰ ਫਿਊਚਰ ਸਾਨੂੰ ਫਿਊਚਰ ਦਾ ਕੋਈ ਨੌਲੇਜ ਨਹੀਂ ਜੇ ਵੱਡੇ ਵੱਡੇ ਪੈਸੇ ਆਉਂਦੇ ਹੋ ਸਕਦਾ ਹਸਬੈਂਡ ਵਾਈਫ ਦਾ ਡਾਈਵੋਰਸ ਹੀ ਹੋ ਜੇ ਵੱਡੇ ਵੱਡੇ ਪੈਸੇ ਆਉਂਦੇ ਨੇ ਸੈਕਟਰੀ ਸੁਕਰੀ ਆਉਂਦੇ ਫਿਰ ਪੁੱਠੇ ਸਿੱਧੇ ਕੰਮ ਕਰਦੇ ਆ ਵੱਡੀ ਸਾਰੀ ਪਾਵਰ ਆ ਜਾਂਦੀ ਹੈ ਸਾਡੇ ਕੋਲੇ ਫਿਰ ਅਸੀਂ ਜੋ ਕੁਝ ਵੀ ਕਰਦੇ ਆ ਫਿਰ ਸਾਨੂੰ ਜੁੱਤੀਆਂ ਦੇ ਸਾਡੇ ਸਿਰ 'ਚ ਜੁੱਤੀਆਂ ਦੇ ਹਾਰ ਵੀ ਪੈਂਦੇ ਨੇ ਸੋ ਸਾਨੂੰ ਪਤਾ ਨਹੀਂ ਸਾਨੂੰ ਛੋਟੀਆਂ ਪਲੈਨਿੰਗ ਕਿੰਨੇ ਛੋਟੀਆਂ ਪਲੈਨਿੰਗ ਦੇ ਨਾਲ ਹੀ ਜਿਹੜਾ ਹੈਗਾ ਸਾਡਾ ਜਿਹੜਾ ਜ਼ਿੰਦਗੀ ਹੈ ਨਾ ਉਹ ਬਹੁਤ ਵਧੀਆ ਨਿਕਲ ਸਕਦੀ ਹੈ ਸੋ ਸਾਨੂੰ ਬਹੁਤ ਵੱਡਾ ਭੁਲੇਖਾ ਜਿਵੇਂ ਉਹ ਲਿਜ਼ਰਡ ਹੁੰਦੀ ਹੈ ਨਾ ਛਿਪਕਲੀ ਉਹ ਛੱਤ ਦੇ ਨਾਲ ਚੁੰਮੜੀ ਹੁੰਦੀ ਹੈ ਉਹ ਕੰਧ ਤੇ ਨਹੀਂ ਆਉਂਦੀ ਉਹਨੂੰ ਆਇਆ ਵੀ ਜੇ ਮੈਂ ਕਦੇ ਛੱਤ ਨੂੰ ਛੱਡਤਾ ਨਾ ਤਾਂ ਛੱਤ ਡਿੱਗ ਪੂਗੀ ਇਹੀ ਭੁਲੇਖਾ ਇਸੇ ਤਰ੍ਹਾਂ ਸਾਨੂੰ ਭੁਲੇਖਾ ਵੀ ਜੇ ਅਸੀਂ ਮਰ ਗਏ ਤੇ ਜੇ ਅਸੀਂ ਖਾਲੀ ਹੋ ਗਏ ਜਦੋਂ ਸਾਨੂੰ ਮੌਤ ਆ ਗਈ ਤੇ ਦੁਨੀਆ ਪਤਾ ਨਹੀਂ ਸੁੰਨੀ ਹੋ ਜੂਗੀ ਦੁਨੀਆ ਕੋਈ ਸੁੰਨੀ ਸਾਨੀ ਨਹੀਂ ਹੁੰਦੀ ਤੁਹਾਡੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਇਸ ਕਰਕੇ ਜਿੰਨਾ ਚਿਰ ਸਾਡੇ ਸਵਾਸ ਲਿਖੇ ਨੇ ਨਾ ਉਹਨੂੰ ਚੰਗੀ ਤਰ੍ਹਾਂ ਜਿਹੜੀ ਹੈ ਨਾ ਉਹ ਕੋਸ਼ਿਸ਼ ਕਰੋ ਬਤੀਤ ਕਰਨ ਦੀ ਕਿਉਂਕਿ ਚੰਗੀ ਕੰਪਨੀ ਦਾ ਅਸਰ ਬੜਾ ਪੈਂਦਾ ਹੈ ਕੰਪਨੀ ਜਦੋਂ ਸਾਡੀ ਮਾੜੀ ਹੁੰਦੀ ਹੈ ਮੈਂ ਹਮੇਸ਼ਾ ਕਹਿੰਦਾ ਕੰਪਨੀ ਦਾ ਅਸਰ ਪੈਂਦਾ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ ਜਿਹੋ ਜਿਹੀ ਸਾਡੀ ਕੰਪਨੀ ਹੁੰਦੀ ਹੈ ਜੇ ਸਾਨੂੰ ਚੁਗਲਖੋਰਾਂ ਦੀ ਕੰਪਨੀ ਮਿਲ ਗਈ ਸਾਨੂੰ ਅੱਜ ਕੱਲ੍ਹ ਆ ਪੰਗੇ ਫੋਨਾਂ ਨੇ ਪਾਏ ਵੇ ਨੇ ਟੈਕਸ ਤਾਂ ਚਲੋ ਫਿਰ ਸਾਰੇ ਫੋਨਾਂ ਦੇ ਉੱਤੇ ਘੰਟਾ ਲੱਗੇ ਰਹਿਣਾ ਇੱਧਰਲੀ ਚੁਗਲੀ ਉੱਧਰਲੀ ਚੁਗਲੀ ਭੈਣ ਭਰਾ ਇੱਕ ਦੂਜੇ ਦੀਆਂ ਚੁਗਲੀਆਂ ਕਰੀ ਜਾਂਦੇ ਨੇ ਉਹ 'ਚ ਫਾਇਦਾ ਕੀ ਹੁੰਦਾ ਉਹ ਦੂਜੇ ਨੂੰ ਫੋਨ ਕਰ ਦਿੰਦੇ ਫਿਰ ਪੁਰਾਣੇ ਦੀ ਚੁਗਲੀ ਸ਼ੁਰੂ ਕਰ ਦਿੰਦੇ ਨੇ ਸੋ ਇਹ ਜਿਹੜੀਆਂ ਚੁਗਲੀ ਨਾਲ ਸਾਡਾ ਕੀ ਫਾਇਦਾ ਹੋਊਗਾ ਸੋ ਜਿਹੇ ਲੋਕਾਂ ਨਾਲ ਕੰਪਨੀ ਰੱਖੋ ਜਿਹੜੇ ਕਿ ਚੰਗੇ ਰਸਤੇ ਤੇ ਹੋਣ ਸੋਚਣ ਦਾ ਨਜ਼ਰੀਆ ਪੋਜ਼ਿਟਿਵ ਹੋਵੇ ਪੋਜ਼ਿਟਿਵ ਸੋਚਣ ਦਾ ਨਜ਼ਰੀਆ ਉਹਨਾਂ ਦਾ ਹੋ ਸਕਦਾ ਜਿਨ੍ਹਾਂ ਨੇ ਮਿਹਨਤ ਕਰਕੇ ਆਪਣੇ ਅੰਦਰ ਪਰਦਾ ਖੋਲ੍ਹ ਲਿਆ ਜਿਹਨੂੰ ਕਾਮਲ ਮੁਰਸ਼ਿਦ ਕਹਿੰਦੇ ਨੇ ਜਿਹਨੂੰ ਪੂਰਨ ਸੰਤ ਸਤਿਗੁਰੂ ਕਹਿੰਦੇ ਨੇ ਚਾਹੇ ਉਹਨੂੰ ਦੋਸਤ ਕਹਿ ਲਓ ਜਿਹੜਾ ਬੰਦਾ ਸਾਡੀ ਜ਼ਿੰਦਗੀ ਦੀ ਹਕੀਕਤ ਨੂੰ ਸਮਝਦਾ ਹੋਵੇ ਜ਼ਿੰਦਗੀ ਦੇ ਬਾਰੇ ਪਰਪਸ ਸਮਝਦਾ ਹੋਵੇ ਵੀ ਜਿਹੜਾ ਰਾਤ ਨੂੰ ਪੀ ਕੇ ਦਾਰੂ ਡਾਂਸ ਕਰਦੇ ਫਿਰਦੇ ਆ ਵੱਡੀਆਂ ਕੋਠੀਆਂ ਕਾਰਾਂ ਲਈ ਫਿਰਦੇ ਆ ਇਹਦਾ ਅਲਟੀਮੇਟਲੀ ਕੁਝ ਨਹੀਂ ਇੱਥੇ ਛੱਡਣਾ ਪੈਣਾ ਪਤਾ ਨਹੀਂ ਕਦੋਂ ਹਸਪਤਾਲ 'ਚੋਂ ਕਾਲ ਆ ਜਾਣੀ ਵੀ ਤੁਹਾਡੇ ਭਾਈ ਸਾਹਿਬ ਸਟ੍ਰੋਕ ਹੋ ਗਿਆ ਬਲੱਡ ਪ੍ਰੈਸ਼ਰ ਹੋ ਗਿਆ ਮੁੜ ਕੇ ਤੁਹਾਡੇ ਨਾਲੀਆਂ ਲੱਗ ਜਾਣੀਆਂ ਤੁਹਾਨੂੰ ਸਾਹ ਨਹੀਂ ਲੈਣਾ ਸਾਹ ਲੈਣ ਲਈ ਵੀ ਜਿਹੜੇ ਹੁਣ ਸਾਨੂੰ ਪਰਮਾਤਮਾ ਨੇ ਫ੍ਰੀ ਦੇ ਸਾਹ ਦਿੱਤੇ ਨੇ ਤਾਜ਼ੀ ਹਵਾ ਦਿੱਤੀ ਹੈ ਫਿਰ ਉਹਦੇ ਲਈ ਪੈਸੇ ਦੇਣੇ ਪੈਣੇ ਸਾਨੂੰ ਸੋ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਸਾਨੂੰ ਸਮਝ ਲੈਣਾ ਚਾਹੀਦਾ ਨਵੇਂ ਸਾਲ ਦੇ ਵਿੱਚ ਫਜ਼ੂਲ ਦਾ ਇੱਕ ਦਿਨ ਨਾ ਖਰਾਬ ਕਰੋ ਕਿ ਐਵੇਂ ਟੀਵੀ ਦੇਖ ਲਿਆ ਗੇਮਾਂ ਦੇਖੋ ਸਾਰਾ ਕੁਝ ਦੇਖੋ ਮੈਂ ਨਹੀਂ ਕਹਿੰਦਾ ਪਰਿਵਾਰ 'ਚ ਰਹੋ ਇੰਜੋਇਮੈਂਟ ਵੀ ਕਰੋ ਪਰ ਜਿਹੜੀ ਪ੍ਰਾਇਓਰਟੀ ਹੈ ਨਾ ਪ੍ਰਾਇਓਰਟੀ ਜਿਹੜੀ ਹੈ ਉਹਦੇ ਬਾਰੇ ਸੋਚੋ ਕਿ ਜਿਹੜੇ ਸਾਨੂੰ ਕੁੱਲ ਮਾਲਕ ਨੇ ਪੈਦਾ ਕੀਤਾ ਆ ਜਿਹੜਾ ਸਰੀਰ ਹੈ ਇੱਥੇ ਹੀ ਰਹਿ ਜਾਣਾ ਇਹਦੇ ਵਿੱਚ ਜਿਹੜੀ ਤਾਕਤ ਹੈ ਉਸ ਤਾਕਤ ਨੂੰ ਸਮਝਣ ਦੀ ਕੋਸ਼ਿਸ਼ ਕਰੋ ਨੋ ਥਾਈ ਸੈਲਫ ਰੀਅਲਾਈਜੇਸ਼ਨ ਇਜ਼ ਦਾ ਹਾਈਐਸਟ ਮੋਰਲ ਗਰਾਊਂਡ ਜਿਹੜੀ ਆਪਣੇ ਆਪ ਨੂੰ ਰੀਅਲਾਈਜ਼ ਕਰੇ ਆਪਣੇ ਆਪ ਨੂੰ ਕਦੇ ਨਾ ਕਦੇ ਸੋਚੋ ਵੀ ਮੈਂ ਕਰਨ ਕੀ ਆਇਆ ਕਦੇ ਸਾਗ ਖਾ ਲੀਆਂ ਕਿਤੇ ਪੂਰੀਆਂ ਖਾ ਲੀਆਂ ਕਿਤੇ ਮੀਟ ਖਾ ਲਿਆ ਕਿਤੇ ਸ਼ਰਾਬਾਂ ਖਾ ਲੀਆਂ ਕਿਤੇ ਸੈਰਾਂ ਕਰ ਲੀਆਂ ਉੱਧਰ ਕਰ ਲਿਆ ਇੱਕ ਲੈ ਲਿਆ 2 ਲੈ ਲਏ 10 ਲੈ ਲਏ ਮਕਾਨ ਵੀ ਇਹੀ ਸਾਡਾ ਪਰਪਸ ਹੈ ਤੇ ਅਖੀਰ 'ਚ ਜ਼ਿਆਦਾ ਹੋਵੇ ਨਾ ਵੀ ਇਹ ਪਰਪਸ ਸਾਡੀ ਜ਼ਿੰਦਗੀ ਬਾਜੂਗੀ 150 ਸਾਲ ਦੀ ਹੋ ਜੀ 200 ਸਾਲ ਦੀ ਜੀਣਾ ਤਾਂ ਅਸੀਂ ਉਹਨਾਂ ਕੀ ਹੈ ਉਹਦੇ ਵਿੱਚ ਫਿਰ ਕਿਉਂ ਨਾ ਬੈਨੀਫਿਟ ਲਈਏ ਜਦੋਂ ਸਾਨੂੰ ਇਹ 'ਚ ਨਹੀਂ ਆਨੰਦ ਆਇਆ ਤੇ ਦੂਜੇ ਪਾਸੇ ਵੀ ਟਰਾਈ ਕਰਕੇ ਦੇਖ ਲਓ ਸੋ ਉਹਦੇ ਲਈ ਜਿਹੜੀ ਹੈ ਕਾਮਿਲ ਮੁਰਸ਼ਿਦ ਜਿਹੜੀ ਹੈ ਉਹਦੀ ਜਿਹੜੀ ਹੈਗੀ ਕੰਪਨੀ ਹੋਣਾ ਜ਼ਰੂਰੀ ਹੈ ਕਾਮਲ ਮੁਰਸ਼ਿਦ ਤੇ ਜਿਹੜਾ ਜੋਤਸ਼ੀ ਪੰਡਿਤ ਭਾਈ ਜੀ ਨੇ ਇਹਨਾਂ 'ਚ ਜ਼ਮੀਨ ਸਮਾਨਾਂ ਦਾ ਫਰਕ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾ ਦੇਣਾ ਕਹਿੰਦੇ ਕਿਸੇ ਪਿੰਡ 'ਚ ਮੀਂਹ ਨਹੀਂ ਪਿਆ ਜਦੋਂ ਮੀਂਹ ਨਹੀਂ ਪਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਨਾਲ ਦੇ ਪਿੰਡ 'ਚ ਇੱਕ ਜਿਹੜਾ ਹੈਗਾ ਨਜੂਮੀ ਹੈ ਨਜੂਮੀ ਉਹ ਹੈ ਜਿਹੜਾ ਗ੍ਰਹਿ ਚੱਕਰ ਦੇਖ ਕੇ ਦੱਸਦਾ ਹੁੰਦਾ ਵੀ ਕਦੋਂ ਕੀ ਹੋਊਗਾ ਫਿਊਚਰ ਨਜੂਮੀ ਕੋਲੇ ਗਿਆ ਜੀ ਸਾਡੇ ਘਰ ਸਾਡੇ ਪਿੰਡ 'ਚ ਮੀਂਹ ਨਹੀਂ ਪੈ ਰਿਹਾ ਬੁਰਾ ਹਾਲ ਆ ਉਹ ਕਹਿੰਦਾ ਵੀ ਹਿਸਾਬ ਕਿਤਾਬ ਲਾ ਕੇ ਦੱਸਿਆ ਵੀ 2 ਸਾਲ ਮੀਂਹ ਨਹੀਂ ਪੈਣਾ ਤੁਹਾਡੇ ਉਹ ਕਹਿੰਦੇ ਅੱਛਾ ਸਾਰੇ ਲੋਕ ਹੈਰਾਨ ਹੋ ਗਏ ਵੀ ਤਾਂ ਬਹੁਤ ਬੁਰਾ ਹਾਲ ਹੋ ਸਾਡਾ ਇੰਨੇ ਨੂੰ ਕੁਦਰਤੀ ਕੋਈ ਕੋਲੋਂ ਦੀ ਸੰਤ ਨਿਕਲਿਆ ਪੂਰਨ ਸੰਤ ਸੀਗਾ ਉਹਨੂੰ ਕਹਿੰਦੇ ਵੀ ਤੁਸੀਂ ਜੀ ਹਿਸਾਬ ਲਾ ਕੇ ਦੱਸਿਓ ਇਹ ਨਜੂਮੀ ਸਾਹਿਬ ਕਹਿੰਦੇ ਵੀ 2 ਸਾਲ ਨਹੀਂ ਮੀਂਹ ਪੈਣਾ ਤੇ ਸਾਡਾ ਦਾ ਬੁਰਾ ਹਾਲ ਹੋ ਜੂ ਕਹਿੰਦਾ ਅੱਛਾ ਕਹਿੰਦਾ 2 ਸਾਲ ਨਹੀਂ ਹੁਣੀ ਵੀ ਪਊਗਾ ਉਹ ਕਹਿੰਦੇ ਹੁਣੀ ਪਊਗਾ ਤਾਂ ਮਤਲਬ ਕਾਮਲਾ ਨਜੂਮੀ ਕਹਿੰਦਾ 2 ਸਾਲਾਂ ਨੂੰ ਪਊਗਾ ਸਵੇਰੇ ਜੇ ਕੱਪੜੇ ਪਾਈ ਫਿਰਦਾ ਪਾਟੇ ਪੁਰਾਣੇ ਜੇ ਇਹ ਕਹਿੰਦਾ ਹੁਣੀ ਪਊਗਾ ਉਹ ਕਹਿੰਦੇ ਕਿਵੇਂ ਪੈ ਜਾਊਗਾ ਉਹਨੇ ਉੱਪਰ ਬਾਹਾਂ ਕੀਤੀਆਂ ਅੱਲਾ ਨੂੰ ਖੁਦਾ ਨੂੰ ਪਰਮਾਤਮਾ ਨੂੰ ਵਾਹਿਗੁਰੂ ਨੂੰ ਅੱਖਾਂ ਮੀਚੀਆਂ ਕਹੇ ਅੱਲਾ ਇਸ ਪਿੰਡ ਦੇ ਵਿੱਚ ਮੀਂਹ ਪਾ ਦੇ ਤੇ ਜਦੋਂ ਉਹਨੇ ਅਰਦਾਸ ਕੀਤੀ ਜਦੋਂ ਹੱਥ ਥੱਲੇ ਕੀਤਾ ਪਹਿਲਾਂ ਕਾਲੇ ਬੱਦਲ ਹੋ ਗਏ ਫਿਰ ਮੀਂਹ ਪੈਣ ਲੱਗ ਗਿਆ ਜਦੋਂ ਮੀਂਹ ਪੈਣ ਲੱਗਿਆ ਤਾਂ ਉਸ ਨੂੰ ਪੁੱਛਿਆ ਕਹਿੰਦਾ ਜੀ ਇਹਦਾ ਮਤਲਬ ਤੁਹਾਨੂੰ ਗ੍ਰਹਿਆਂ ਦੀ ਇਹਨੂੰ ਘੱਟ ਨੌਲੇਜ ਹੈ ਤੇ ਤੁਹਾਨੂੰ ਗ੍ਰਹਿਆਂ ਦੀ ਜ਼ਿਆਦਾ ਨੌਲੇਜ ਹੈ ਕਹਿੰਦਾ ਨਹੀਂ ਮੈਨੂੰ ਗ੍ਰਹਿਆਂ ਦੀ ਕੋਈ ਨੌਲੇਜ ਨਹੀਂ ਹੈ ਮੈਨੂੰ ਤਾਂ ਗ੍ਰਹਿਆਂ ਨੂੰ ਜਿਨ੍ਹਾਂ ਨੇ ਬਣਾਇਆ ਨਾ ਉਸ ਕੁੱਲ ਮਾਲਕ ਨੇ ਉਹਦੀ ਨੌਲੇਜ ਆ ਉਹਨੂੰ ਜਾਣਦਾ ਮੈਂ ਉਹਦੇ ਕੋਲ ਫਰਿਆਦ ਕੀਤੀ ਉਹਨੇ ਮੇਰੀ ਮੰਨ ਲਈ ਸੋ ਆਪਣੀ ਕੋਸ਼ਿਸ਼ ਕਰੋ ਕਿ ਅੱਲਾ ਵਾਹਿਗੁਰੂ ਨਾਲ ਜੁੜਨ ਦੇ ਲਈ ਕਿਉਂਕਿ ਉਹ ਕਿੱਥੇ ਹੈ ਅਸੀਂ ਬਾਹਰ ਭੜਕਦੇ ਫਿਰਦੇ ਹਾਂ ਜਿਵੇਂ ਕਹਿੰਦੇ ਆ ਕੋਈ
ਤੀਰਥ ਸਥਾਨਾਂ ਤੇ ਜਾਂਦਾ ਹੈ, ਕੋਈ ਮੰਦਰਾਂ 'ਚ ਜਾਂ ਕੋਈ ਮਸਜਿਦ 'ਚ ਜਾਂਦਾ ਹੈ, ਕੋਈ ਪਾਣੀਆਂ 'ਚ ਨਹਾਉਂਦਾ, ਕੋਈ ਪਹਾੜਾਂ ਤੇ ਜਾਂਦਾ ਹੈ, ਜਦੋਂ ਕਿ ਪਰਮਾਤਮਾ ਸਾਡੇ ਅੰਦਰ ਹੈ। ਸੋ ਅੰਦਰ ਲੱਭਣ ਦੀ ਕੋਸ਼ਿਸ਼ ਕਰੋ। ਜਿਵੇਂ ਕਿਸੇ ਬੰਦੇ ਨੂੰ ਕੋਈ ਬੰਦਾ ਸੀਗਾ ਵਿਆਹਿਆ ਵਾ, ਘਰ ਵਾਲੀ ਜੋ ਵਿਆਹ ਗਿਆ ਉਹਨੂੰ ਸ਼ਰਾਬ ਪੀਣ ਦੀ ਆਦਤ ਸੀ, ਦੱਬ ਕੇ ਸ਼ਰਾਬ ਪੀ ਕੇ ਰਾਤ ਨੂੰ ਜਦੋਂ ਲੜਖੜਾਉਂਦਾ ਘਰੇ ਆਇਆ, ਘਰੇ ਆ ਕੇ ਦਰਵਾਜ਼ਾ ਜ਼ੋਰ ਦੀ ਖੜਕਾਉਂਦਾ, ਦਰਵਾਜ਼ਾ ਖੁੱਲਿਆ ਨਹੀਂ, ਫਿਰ ਗਾਲਾਂ ਕੱਢਣ ਲੱਗ ਗਿਆ। ਘਰ ਵਾਲੀ ਕਹਿੰਦਾ ਕਿ ਸੁੱਤੀ ਪਈਆਂ ਮਰੀ ਪਈਆਂ, ਮੈਂ ਦਰਵਾਜ਼ਾ ਖੜਕਾਈ ਨਾ, ਦਰਵਾਜ਼ਾ ਖੋਲ। ਉਹਨੇ ਦਰਵਾਜ਼ਾ ਖੁੱਲਿਆ ਨਹੀਂ, ਉਹ ਉੱਥੇ ਹੀ ਸ਼ਰਾਬੀ ਆ ਸੀ, ਦਰਵਾਜ਼ੇ ਉੱਥੇ ਭੂੰਜੇ ਹੀ ਲਿਟ ਗਿਆ। ਜਦੋਂ ਸਵੇਰੇ ਅੱਖ ਖੁੱਲੀ ਤੇ ਫੇਰ ਯਾਦ ਆਇਆ, ਓਹੋ ਮੇਰੀ ਘਰ ਵਾਲੀ ਤਾਂ ਪੇਕੇ ਗਈ ਵੀ ਹੈ। ਉਹ ਕਹਿੰਦਾ ਅੱਛਾ। ਫਿਰ ਕੋਰਟ ਦੇ ਵਿੱਚ ਜੇਲ੍ਹ 'ਚ ਹੱਥ ਮਾਰਿਆ, ਚਾਬੀ ਉਹਦੀ ਘਰ ਵਾਲੀ ਜਾਂਦੀ ਫੜਾ ਗਈ ਸੀ, ਚਾਬੀ ਜੇਲ੍ਹ ਸੀ, ਸਾਰੀ ਰਾਤ ਬਾਹਰ ਪਿਆ। ਕਿਉਂਕਿ ਉਹਨੂੰ ਸੁਰਤ ਨਹੀਂ ਸੀ, ਉਹਨੂੰ ਪਤਾ ਨਹੀਂ ਸੀਗਾ। ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ, ਵਸਤੂ ਕਹੀਂ ਢੂੰढे कहीं किब्बे दावे हाथ, कहो कबीर तब पाइए जब भेदी लीजिए साथ, भेदी लिया साथ का दीन बस्त लिखाए, कोट जन्म का पंध था पल में पहुंचा जाए। कि ਤੁਹਾਨੂੰ ਇੱਕ ਭੇਤੀ ਦੀ ਲੋੜ ਹੈ। ਭੇਤੀ ਜਿਸ ਤਰ੍ਹਾਂ ਬਾਹਰਲਾ ਭੇਤੀ ਹੁੰਦਾ, ਹੁਣ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੇ ਮੈਡੀਕਲ ਕਰਨਾ ਉਹ ਮੈਡੀਕਲ ਸਕੂਲ 'ਚ ਜਾਣਗੇ, ਉੱਥੇ ਜਿਹੜੇ ਪ੍ਰੋਫੈਸਰ ਹੁੰਦੇ ਨੇ, ਡਾਕਟਰਸ, ਉਹਨਾਂ ਨੂੰ ਬਾਹਰਲਾ ਗਿਆਨ ਹੁੰਦਾ ਹੈ, ਸਾਡੀ ਬਾਡੀ ਦੀਆਂ ਬਾਹਰੀਆਂ ਗੱਲਾਂ। ਜਦੋਂ ਅਸੀਂ ਉਹਨੂੰ ਫਾਲੋ ਕਰਦੇ ਹਾਂ, ਪ੍ਰੈਕਟੀਕਲ ਕਰਦੇ ਹਾਂ, ਤੇ ਅਸੀਂ ਵੀ ਕਾਮਲ ਡਾਕਟਰ ਬਣ ਜਾਂਦੇ ਹਾਂ। ਉਹ ਬਾਹਰਲਾ ਗਿਆਨ ਹੈ। ਇਸੇ ਤਰ੍ਹਾਂ ਕੋਈ IT ਦਾ, ਕੋਈ ਲਾਇਰ ਹੈ, ਕੋਈ ਪ੍ਰੋਫੈਸਰ ਹੈ, ਕੋਈ ਸਾਇੰਟਿਸਟ ਹੈ, ਉਹ ਬਾਹਰਲਾ ਗਿਆਨ ਰੱਖਦੇ ਨੇ, ਕੋਈ ਸਪੇਸ ਦਾ ਗਿਆਨ ਰੱਖਦੇ ਨੇ। ਜਦੋਂ ਅਸੀਂ ਉਹਨਾਂ ਦੀ ਕੰਪਨੀ ਕਰਦੇ ਸਾਨੂੰ ਉਹ ਗਿਆਨ ਹੋ ਜਾਂਦਾ। ਪਰ ਜਿਹੜੇ ਬੰਦਿਆਂ ਨੂੰ ਅੰਦਰ ਦਾ ਗਿਆਨ ਹੈ, ਅੰਦਰ ਦੀ ਮਿਹਨਤ ਕਰਦੇ, ਜਦੋਂ ਅਸੀਂ ਉਹਨਾਂ ਦੀ ਕੰਪਨੀ ਕਰਦੇ ਸਾਨੂੰ ਅੰਦਰਲਾ ਗਿਆਨ ਹੋ ਜਾਂਦਾ। ਬਸ ਇੰਨੀ ਕੁ ਸਿੰਪਲ ਗੱਲ ਹੈ। ਸੋ ਉਹ ਗਿਆਨ ਕੀ ਹੈ, ਉਹ ਸਾਨੂੰ ਇਹੀ ਸਮਝਾਉਂਦੇ ਨੇ। ਜਿਵੇਂ ਬੁੱਲੇ ਸ਼ਾਹ ਨੂੰ ਕਿਹਾ ਸੀਗਾ ਕਿ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਜਸਟ ਡਿਟੈਚ ਯੂਅਰਸੈਲਫ ਫਰਮ ਦ ਵਰਲਡਲੀ ਥਿੰਗਸ ਐਂਡ ਅਟੈਚ ਵਿਦਿਨ। ਜਦੋਂ ਅਸੀਂ ਆ ਡਰਾਮੇ ਕਰਦੇ ਆ, ਨਿੰਦਿਆ ਚੁਗਲੀ ਤੋਂ ਘਟਾ ਕੇ ਟਾਈਮ ਆਪਣਾ ਪਰਮਾਤਮਾ ਦੇ ਲੜ ਲੱਗਦੇ ਆ, ਪਾਠ ਕਰਦੇ ਆ, ਮੈਡੀਟੇਸ਼ਨ ਕਰਦੇ ਆ, ਅੱਖਾਂ ਮੀਚ ਕੇ ਉਸ ਤਾਕਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ, ਇੱਕ ਨਾ ਇੱਕ ਦਿਨ ਅਸੀਂ ਕਾਮਯਾਬ ਹੋ ਜਾਾਂਗੇ। ਜਦੋਂ ਸਾਨੂੰ ਅੰਦਰਲਾ ਆਨੰਦ ਆਉਣ ਲੱਗ ਜੂਗਾ, ਸਾਡਾ ਬਾਹਰਲੇ ਜਿਹੜੇ ਸਵਾਦ ਉਹ ਘਟ ਜਾਣਗੇ। ਸੋ ਇਸ ਕਰਕੇ ਪੋਜ਼ਿਟਿਵ ਸੋਚ ਰੱਖਣ ਦੀ ਲੋੜ ਹੈ। ਪੋਜ਼ਿਟਿਵ ਸੋਚ ਤਾਂ ਹੀ ਹੋ ਸਕਦੀ ਹੈ ਕਿ ਜਦੋਂ ਅਸੀਂ ਦੁਨੀਆ ਨੂੰ ਨਾ ਨਿੰਦੀਏ। ਅਸੀਂ ਇਹੀ ਗੱਲ ਲੱਗਦੇ ਆ ਵੀ ਉਹ ਪੋਲੀਟੀਸ਼ੀਅਨ ਚੋਰ ਨੇ ਜੀ, ਉਹ ਫਲਾਣਾ ਚੋਰ ਹੈ ਜੀ, ਫਲਾਣਾ ਡਾਕੂ ਹੈ ਜੀ, ਉਹ ਆਹ ਕਰਦਾ ਬਾਹ ਕਰਦਾ, ਕਿ ਆਪਾਂ ਨੂੰ ਕਿਸੇ ਦੀ ਕ੍ਰਿਟੀਸਾਈਜ਼ ਕਰਨ ਨਾਲੋਂ ਆਪਣੇ ਪੈਰ ਦੇ ਵਿੱਚ ਜੁੱਤੀ ਪਾਉਣ ਦੀ ਲੋੜ ਹੈ। ਜਿਵੇਂ ਕਿ ਕਿਹਾ ਜਾਂਦਾ ਨਾ ਕਿ ਮਾਨਾ ਕਿ ਦੁਨੀਆ ਬਹੁਤ बुरी है, माना कि दुनिया बहुत बुरी है और हर तरफ धोखा है, आओ हम तो अच्छे बने, हमें किसने रोका है। ਸੋ ਆਪਾਂ ਆਪਣੇ ਆਪ ਨੂੰ ਕਰਨਾ ਚੰਗੇ ਪਾਸੇ ਲਾਉਣ ਲਈ। ਇਹ ਨਹੀਂ ਵੀ ਸਾਰੀ ਦੁਨੀਆ ਨੂੰ ਨਹੀਂ ਚੇਂਜ ਕਰ ਸਕਦੇ, ਤੁਸੀਂ ਆਪਣੇ ਆਪ ਨੂੰ ਚੇਂਜ ਕਰ ਸਕਦੇ ਹੋ। ਜਦੋਂ ਅਸੀਂ ਧਰਮਾਂ ਦੇ ਇੱਕ ਦੂਜੇ ਦੇ ਦੁਸ਼ਮਣ ਬਣੇ ਬੈਠੇ ਹਾਂ, ਨਫ਼ਰਤਾਂ ਕਰੀ ਜਾਂਦੇ ਹਾਂ ਵੀ ਉਹ ਹਿੰਦੂ ਹੈ, ਉਹ ਮੁਸਲਮਾਨ ਹੈ, ਉਹ ਸਰਦਾਰ ਹੈ, ਉਹ ਈਸਾਈ ਹੈ, ਤੁਸੀਂ ਐਵੇਂ ਤੁਹਾਨੂੰ ਨਾ ਤਾਂ ਕੱਖ ਨੌਲੇਜ ਹੈ, ਐਵੇਂ ਹੀ ਸੁਣੀਆਂ ਸੁਣਾਈਆਂ ਗੱਲਾਂ ਦੇ ਦੇਖ ਕੇ ਅਸੀਂ ਇੱਕ ਦੂਜੇ ਨਾਲ ਨਫ਼ਰਤ ਕਰੀ ਜਾਂਦੇ ਹਾਂ। ਤੁਸੀਂ ਦੋ ਜਿਹੜੀਆਂ ਹੋਲੀ ਬੁੱਕਸ ਨੇ ਲਿਆ ਕੇ ਰੱਖ ਲਓ। ਮੁਸਲਿਮ ਦੀ ਬੁੱਕ ਜਿਹੜੀ ਹੋਲੀ ਆ ਕੁਰਾਨ ਹੈ, ਹਿੰਦੂਆਂ ਦੀ ਗੀਤਾ ਹੈ। ਦੋਨਾਂ ਗੀਤਾ ਤੇ ਕੁਰਾਨ ਨੂੰ ਕੋਆਰਡੀਨੇਟਡ ਰੱਖ ਲਓ, ਉਹ ਤਾਂ ਲੜਦੀਆਂ ਨਹੀਂ, ਗਿਆਨ ਉਹਨਾਂ ਦੇ ਵਿੱਚ ਹੈ। हमने कभी गीता और कुरान को लड़ते नहीं देखा, लड़ते हैं वो जिन्हें पढ़ते नहीं देखा। ਅਸੀਂ ਉਹਨੂੰ ਸਮਝਦੇ ਨਹੀਂ ਸੀ, ਕਿਸੇ ਨੇ ਕੁਰਾਨ ਤਾਂ ਪੜ੍ਹੀ ਨਹੀਂ, ਐਵੇਂ ਸੁਣੀਆਂ ਸਾਰੀਆਂ ਗੱਲਾਂ ਦੇ ਕੁਰਾਨ ਦੀਆਂ ਮਾੜੀਆਂ ਗੱਲਾਂ ਜਿਹੜੀ ਕੋਈ ਦਰਜ ਹੀ ਨਹੀਂ ਹੁੰਦੀਆਂ। ਇਸ ਤਰ੍ਹਾਂ ਗੀਤਾ ਦੇ ਵਿੱਚ ਜੋ ਕੁਛ ਹੈ ਉਹਦੀਆਂ ਸੁਣੀਆਂ ਸੁਣਾਈਆਂ ਦੂਜੇ ਗੱਲ ਕ੍ਰਿਟੀਸਾਈਜ਼ ਕਰਦੇ ਆ। ਉਹਨੂੰ ਧਿਆਨ ਨਾਲ ਪੜ੍ਹੋ, ਜੋ ਧਿਆਨ ਨਾਲ ਪੜ੍ਹੋਗੇ ਤਾਂ ਉਹਨਾਂ ਨੇ ਕਹਿਣਾ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਕਿ ਕੁੱਲ ਕਾਇਨਾਤ ਨੂੰ ਇੱਕ ਤਾਕਤ ਨੇ ਪੈਦਾ ਕੀਤਾ ਹੈ, ਉਹ ਕਾਸਮਿਕ ਪਾਵਰ ਹੈ ਜਿਹਦੇ ਵਿੱਚ ਲਾਈਟ ਵੀ ਹੈ ਤੇ ਸਾਊਂਡ ਵੀ ਹੈ। ਨੌ ਅਸੀਂ ਵੱਖੋ ਵੱਖਰੇ ਰੱਖ ਲਏ। ਜਿਵੇਂ ਜਦੋਂ ਬੱਚਾ ਜੰਮਦਾ ਹੈ ਨਾ, ਮਾਂ ਪਿਆਰ ਦੇ ਵਿੱਚ ਆ ਕੇ, ਕਈਆਂ ਦੇ ਤਾਂ ਹਲੇ ਨਿਆਣੇ ਨਹੀਂ ਜੰਮੇ ਹੁੰਦੇ, ਜੇ ਕਿਸੇ ਦੇ ਮੁੰਡਾ ਹੋ ਜਾਏ ਕੁੜੀ ਹੋਏ ਟੈਸਟ ਕਰਾ ਕੇ ਰੱਖਦੇ ਨੇ, ਉਹਨਾਂ ਦੇ ਘਰ ਦੇ 9 ਲੱਖਣ ਲੱਗੇ YouTube ਤੋਂ ਜਾ ਕੇ 9 ਫਰੋਲਦੇ, 6-6 ਮਹੀਨੇ 9 ਰੱਖਣ ਨੂੰ ਲਾਦੇ ਨੇ। ਤੇ ਜਦੋਂ ਬੱਚਾ ਹੋ ਜਾਂਦਾ ਫਿਰ ਮਾਂ ਕੁਛ ਕਹਿੰਦੀ ਹੈ, ਦਾਦੀ ਕੁਛ ਕਹਿੰਦੀ ਹੈ, ਨਾਨੀ ਕੁਛ ਕਹਿੰਦੀ ਹੈ, ਪਿਓ ਕੁਛ ਕਹਿੰਦਾ, ਨਲੀ ਚੋਚੋ ਸਿੰਡੋਲ ਰੋਡਾ ਫਲਾਣਾ ਧਿਮਕਾ, ਕੋਈ ਕੁਛ। ਪਰ ਉਹ ਜਿਹੜਾ ਨਾਂ ਨੇ, ਉਹ ਨਾਂ ਕੀ ਨੇ? ਸਿਰਫ ਇੱਕ ਪਿਆਰ ਦਾ ਰਿਸ਼ਤਾ ਹੈ, ਉਹਨੂੰ ਬੁਲਾਉਣ ਦਾ ਢੰਗ ਆ। ਇਸ ਕਰਕੇ ਨੌਆਂ ਦੇ ਵਿੱਚ ਕੁਝ ਨਹੀਂ ਪਿਆ। ਸੋ ਨੌ ਦੇ ਵਿੱਚ ਕੀ ਆ? ਤਾਕਤ ਕੀ ਆ? ਉਹ ਪਿਆਰ ਦੀ ਹੈ। ਤੁਸੀਂ ਕਿਸੇ ਨੂੰ ਹਨੀ ਕਹਿ ਲਓ, ਕਿਸੇ ਨੂੰ ਰੋਡਾ ਕਹਿ ਲਓ, ਕਿਸੇ ਨੂੰ ਲੋਲਾ ਕਹਿ ਲਓ, ਕਿਸੇ ਨੂੰ ਲਫੰਗਾ ਕਹਿ ਲਓ। ਮਾਂ ਕਹਿੰਦੀ ਹੁੰਦੀ ਆ ਗਿਆ ਮੇਰਾ ਲੋਲਾ। ਲੋਲੇ ਦਾ ਮਤਲਬ ਇਹ ਨਹੀਂ ਵੀ ਮਾੜੀ ਗੱਲ, ਉਹ ਪਿਆਰ 'ਚ ਕਹਿੰਦੀ ਹੈ। ਪਿਆਰ ਜਿਹੜਾ ਹੈਗਾ, ਪਿਆਰ ਦੇ ਵਿੱਚ ਕਿਸੇ ਵੀ ਨਾਂ ਨਾਲ ਯਾਦ ਕੀਤਾ ਸਕਦਾ। ਪਿਆਰ ਹੀ ਪਰਮਾਤਮਾ ਹੈ। ਸੋ ਪਿਆਰ ਖਲਕਤ ਨੂੰ ਕਰੋ, ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਨਵੇਂ ਸਾਲ ਦੇ ਵਿੱਚ ਚੇਂਜਿਸ ਕਰੋ। ਮੈਂ ਨਹੀਂ ਕਹਿੰਦਾ ਕਿ ਪੁੰਨਦਾਨ ਕਰੋ, ਜੇ ਜਿੰਨੀ ਕਪੈਸਿਟੀ ਹੈ ਜ਼ਰੂਰ ਕਰੋ, ਪੁੰਨਦਾਨ ਵੀ ਕਰ ਲਓ। ਛੋਟੀ ਜਿਹੀ ਗੱਲ ਤੁਸੀਂ ਐਂ ਕਰ ਲਓ, ਤੁਸੀਂ ਕਾਰ 'ਚ ਜਾ ਰਹੇ ਹੋ ਕੈਨੇਡਾ ਵਿੱਚ, ਟੋਰਾਂਟੋ 'ਚ, ਤੁਹਾਨੂੰ ਲੱਗਦਾ ਵੀ ਕਿੰਨੀ ਸਰਦੀ ਹੈ, ਸਨੋ ਦੇ ਵਿੱਚ ਕੋਈ ਓਲਡ ਲੇਡੀ ਜਾਂ ਕੋਈ ਲੜਕੀ ਜਾਂ ਕੋਈ ਮੁੰਡਾ ਸਟੂਡੈਂਟ ਹੈ, ਉਹ ਝੋਲੇ 2 ਚੱਕੇ ਨੇ, ਉਹਨੇ ਆਪਣੇ ਘਰੇ ਜਾਣਾ, ਉਹਨੂੰ ਮਾੜਾ ਜਿਹਾ ਕਾਰ ਰੋਕ ਕੇ ਕਾਰ ਦੀ ਰਾਈਡ ਹੀ ਦੇ ਦਿਓ। ਇਹ ਵੀ ਇੱਕ ਬਹੁਤ ਵੱਡੀ ਪੋਜ਼ੀਟਿਵ ਅਪਰੋਚ ਹੈ। ਕੋਈ ਬੰਦਾ ਰਾਤ ਨੂੰ ਸ਼ਰਾਬੀ ਹੋਇਆ ਡਿੱਗੀ ਜਾਂਦਾ ਤੇ ਉਹ ਕਿਸੇ ਹੋਰ ਕਾਰ ਦਾ ਐਕਸੀਡੈਂਟ ਕਰੂ, ਤੁਸੀਂ ਉਹਨੂੰ ਚੱਕ ਕੇ ਬਿਠਾ
ਕੇ ਤੁਹਾਡੀ ਨਾ ਪੀਤੀ ਹੋਵੇ ਉਹਨੂੰ ਘਰੇ ਛੱਡਿਓ। ਕੋਈ ਦਰਵਾਜ਼ਾ, ਹੁਣ ਅੱਜ ਕੱਲ੍ਹ ਠੰਡ ਪੈਂਦੀ ਹੈ, ਕੋਈ ਪਿੱਛੇ ਬਜ਼ੁਰਗ ਆ ਰਿਹਾ, ਕੁਛ ਹੋਰ ਜਾ ਰਿਹਾ, ਤੁਸੀਂ ਫਟਾਫਟ ਆਪਣਾ ਦਰਵਾਜ਼ਾ ਬੰਦ ਕਰਕੇ ਚਗਾਲੇ ਦੇ ਸਿਰ 'ਚ ਵੱਜੇ, ਤੁਸੀਂ ਉਹ ਦਰਵਾਜ਼ਾ ਫੜ ਕੇ ਉਹਨੂੰ ਲੰਘਾ ਦਿਓ, ਤਾਂ ਕੀ ਨੁਕਸਾਨ ਹੈ। ਦੇਵੀ ਕਿਉਂਕਿ ਸਾਡਾ ਹਰ ਐਕਸ਼ਨ ਪਰਮਾਤਮਾ ਦੇ ਕਚਹਿਰੀ ਦੇ ਵਿੱਚ ਜੱਜ ਕੀਤਾ ਜਾਂਦਾ। ਉੱਥੇ ਜਿਹੜਾ ਹੈਗਾ ਨਾ ਗਵਾਹ ਦੀ ਲੋੜ ਨਹੀਂ ਪੈਂਦੀ। ਉੱਥੇ ਤਾਂ ਜਿਵੇਂ ਕਹਿੰਦੇ ਨੇ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ। ਉਹ ਸਾਡੇ ਅੰਦਰ ਬੈਠਾ, ਸਾਡੀ ਉਹ ਨਬਜ਼ ਨੂੰ ਪਹਿਚਾਣਦਾ, ਉਹ ਸਾਡੀ ਨੀਤ ਨੂੰ ਪਹਿਚਾਣਦਾ। ਅਮਲਾਂ ਉੱਤੇ ਹੋਣ ਨਵੇੜੇ ਖੜੀ ਰਹਿਣਗੀਆਂ ਬਾਤਾਂ, ਖੜੀਆਂ ਰਹਿਣਗੀਆਂ ਜਾਤਾਂ। ਜਿਹੜੀਆਂ ਜਾਤਾਂ ਬਾਤਾਂ ਅਸੀਂ ਪਾਵਰਾਂ ਦਾ ਖਿਆਲ ਕਰਦੇ ਹਾਂ, ਅਮੀਰੀ ਗਰੀਬੀ ਦਾ ਕਰਦੇ ਹਾਂ, ਨਫ਼ਰਤ ਕਰਦੇ, ਸਾਨੂੰ ਕੋਈ ਦੇਖ ਲੇ ਅਸੀਂ ਵੱਡੀ ਕਾਰ ਜਾਂ ਵੱਡੀ ਕੋਠੀ ਜਾਂ ਵੱਡੀ ਪਾਵਰ ਜਾਂ ਨੋਬਡੀ ਕੀ ਹੈ। ਪਰਮਾਤਮਾ ਦੀ ਨਿਗਾਹ 'ਚ ਤਾਂ ਸਿਰਫ ਪਿਆਰ ਹੀ ਦੇਖਿਆ ਜਾਂਦਾ। ਸੋ ਕੋਸ਼ਿਸ਼ ਕਰੋ ਨਵਾਂ ਸਾਲ ਚੜ੍ਹਿਆ, ਕਿਉਂਕਿ ਜਿਹੜੀ ਟਾਈਮ ਜਿਹੜਾ ਹੁੰਦਾ ਉਹ ਬੜਾ ਥੋੜ੍ਹਾ ਹੁੰਦਾ। ਸੋ ਇਸ ਕਰਕੇ ਨਵੇਂ ਸਾਲ ਦੇ ਵਿੱਚ ਇਹ ਕਰੀਏ ਕਿ ਕੰਮ ਜਿਹੜਾ ਕਰਨਾ ਨਾ ਰੂਹਾਨੀ ਤੌਰ 'ਤੇ ਜ਼ਰੂਰ ਉਹਨੂੰ ਪ੍ਰਾਇਓਰਟੀ ਦਈਏ। ਵੀ ਸਵੇਰੇ ਉੱਠ ਕੇ ਬਜਾਏ ਟੈਕਸ ਦੇਖਣ ਦੇ, ਫੋਨ ਦੇਖਣ ਦੇ, ਅਖਬਾਰ ਪੜ੍ਹਨ ਦੇ, ਦਾਰੂ ਪੀਣ ਦੇ, ਸਿਗਰਟਾਂ ਦੇ ਸੁੱਟੇ ਲਾਉਣ ਦੇ, ਉਹਦੀ ਥਾਂ ਤੇ 2 ਮਿੰਟ 4 ਮਿੰਟ 5 ਮਿੰਟ ਅੱਧਾ ਘੰਟਾ ਘੰਟਾ 2 ਘੰਟੇ ਜਿੰਨਾ ਵੀ ਸਰਦਾ ਚੌਂਕੜੀ ਮਾਰ ਕੇ ਉਸ ਕੁੱਲ ਮਾਲਕ ਦਾ, ਉਸ ਪਰਮਾਤਮਾ ਦਾ, ਉਸ ਅੱਲਾ ਦਾ, ਉਸ ਵਾਹਿਗੁਰੂ ਦਾ ਅਸੀਂ ਥੈਂਕਸ ਕਰੀਏ। ਥੈਂਕਸ ਜਦੋਂ ਅਸੀਂ ਕਰਦੇ ਹਾਂ ਫਿਰ ਅਗਲਾ ਦਿਨ ਸ਼ੁਰੂ ਕਰ ਲਓ। ਚੰਗਾ ਦਿਨ ਅਸੀਂ ਉਹਦੇ ਪਰਮਾਤਮਾ ਦੇ ਨਾਮ ਨਾਲ ਸ਼ੁਰੂ ਕਰਦੇ ਹਾਂ, ਤੁਹਾਡਾ ਡੈਫੀਨੇਟਲੀ ਚੰਗਾ ਨਾ ਹੁੰਦਾ। ਗਲਤੀ ਲਈ ਜੇ ਕੋਈ ਬੰਦਾ ਮਾਫੀ ਮੰਗਦਾ ਤਾਂ ਕਰ ਦਿਓ। ਨਵਾਂ ਸਾਲ ਚੜ੍ਹੇ ਅੱਜ ਜੇ ਤੁਸੀਂ ਕਿਸੇ ਨੂੰ ਵਧਾਈਆਂ ਦੇ ਦੋਗੇ, ਫੋਨ ਤੇ ਕੁਛ ਨਹੀਂ ਕੱਢਦਾ, ਇਹ ਨੈਗੇਟਿਵ ਸੋਚਦਾ ਵੀ 3 ਸਾਲ ਹੋ ਗਏ ਮੈਂ ਹੀ ਫੋਨ ਕਰਦਾ, ਹੁਣ ਨਹੀਂ ਕਰਦਾ। ਮਾਂ ਨੂੰ ਕਰੇ ਯਾਦ, ਮਾਂ ਨੂੰ ਯਾਦ ਨਹੀਂ ਕਰੇ, ਤੁਸੀਂ ਕਰ ਲਓਗੇ, ਤੁਹਾਡਾ ਕਿਹੜਾ ਘਟਦਾ। ਬੇਰੀ ਦੇ ਅਸੀਂ ਕਿੰਨੇ ਬੱਟੇ ਮਾਰਦੇ ਹਾਂ, ਹਮੇਸ਼ਾ ਹੀ ਬੇਰ ਦਿੰਦੀ ਆ, ਉਹ ਤਾਂ ਬੱਟਾ ਕਿਤੇ ਮਾਰਦੀ ਨਹੀਂ। ਤੁਸੀਂ ਆਪਣੇ ਗੁਣ ਪੈਦਾ ਕਰਨੇ ਝੁਕਣ ਦੇ ਕਰ ਦਿਓਗੇ ਤਾਂ ਕੀ ਖਾਲ ਹੋ ਸਕਦਾ। ਹੌਲੀ ਹੌਲੀ ਉਹਦੇ ਜਿਹੜੇ ਜ਼ਹਿਰ ਆ, ਉਹਦੀ ਜਿਹੜੀ ਗਰਮੀ ਆ ਠੰਡੀ ਹੋਣੀ ਸ਼ੁਰੂ ਹੋ ਜੇ, ਤੁਹਾਡਾ ਮੁੜ ਕੇ ਪਿਆਰ ਪੈ ਜੇ। ਨਾ ਪਵੇ ਪਰਮਾਤਮਾ ਵੱਲੋਂ ਤਾਂ ਤੁਹਾਨੂੰ ਸ਼ਾਬਾਸ਼ ਮਿਲੂਗੀ ਨਾ ਕਿ ਅਸੀਂ ਚੰਗੇ ਕੰਮ ਕੀਤੇ ਆ। ਚੰਗੇ ਕੰਮ ਕਰਨ ਲੱਗੇ ਨਾ ਡਰੋ, ਤੇ ਮਾੜੇ ਕੰਮ ਕਰਨ ਲੱਗੇ ਛੇਤੀ ਨਾ ਕਰੋ। ਬਸ ਇੰਨਾ ਫਾਰਮੂਲਾ ਦਿਮਾਗ 'ਚ ਰੱਖ ਲਓ। ਮੇਰੇ ਖਿਆਲ ਟਾਈਮ ਆਪਣਾ ਆਲਮੋਸਟ ਡਨ। ਸੋ ਆਪਣੇ ਕੋਲ ਵੀ ਹੈਵ ਲੌਂਗ ਟਾਈਮ, ਇਟਸ ਅ ਗੁੱਡ ਨਿਊਜ਼। ਉਹ ਕਹਿੰਦੇ ਟੂਡੇ ਵੀ ਹੈਵ 15 ਮਿੰਟਸ ਮੋਰ ਆਪਾਂ ਗੱਲਬਾਤ ਕਰ ਸਕਦੇ ਹਾਂ। ਜੇ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੈ ਜ਼ਰੂਰ ਕਰੋ। ਸੋ ਦਿਨ ਦੇ ਵਿੱਚ ਘੱਟੋ ਘੱਟ ਇੱਕ, ਮੈਂ ਤਾਂ ਇਹ ਕਹਿੰਦਾ ਦਿਨ ਦੇ ਵਿੱਚ ਘੱਟੋ ਘੱਟ ਇੱਕ ਵਾਰ ਕਿਸੇ ਦੀ ਜ਼ਰੂਰ ਮਦਦ ਕਰ ਦਿਓ, ਚਾਹੇ ਉਹ ਪੈਸੇ ਦੀ ਹੋਵੇ, ਚਾਹੇ ਉਹ ਰੋਟੀ ਦੀ ਹੋਵੇ, ਚਾਹੇ ਉਹ ਰਾਈਡ ਦੀ ਹੋਵੇ, ਚਾਹੇ ਉਹ ਦਰਵਾਜ਼ਾ ਖੋਲ ਕੇ ਬੋਲੇ, ਕਿਸੇ ਨੂੰ ਮਿੱਠਾ ਬੋਲ ਹੀ ਬੋਲ ਦਿਓ, ਕਿਸੇ ਦੀ ਤਾਰੀਫ ਹੀ ਕਰਦੇ। ਸਾਡੀ ਤਾਂ ਨਾ ਪਤਾ ਨਹੀਂ ਸੋਚ ਨੂੰ ਕੀ ਹੋਇਆ। ਅਸੀਂ ਲੋਕ ਹੁਣ ਕਿਸੇ ਨੇ ਕਿਸੇ ਨੇ ਸਾਨੂੰ ਇਨਵਾਈਟ ਕਰ ਲਿਆ, ਆਲਾ 2 ਦਿਨ ਹੋ ਗਏ ਘਰ ਦੀਆਂ ਸਫਾਈਆਂ ਕਰਦੇ ਨੂੰ, ਆਲ ਨੇ ਤੁਹਾਨੂੰ ਪਹਿਲਾਂ ਸਨੈਕਸ ਬਣਾ ਕੇ 4-5 ਰੱਖੇ ਨੇ, ਵਧੀਆ ਟੇਬਲ ਸਜਾਇਆ, ਕੋਕ ਵੀ ਰੱਖਿਆ ਉਹਨਾਂ ਨੇ ਜੀ, ਹਰ ਤਰ੍ਹਾਂ ਦੀ ਸਪਰਾਈਟ ਵੀ ਰੱਖੀ ਹੈ, ਮਿਲਕ ਸ਼ੇਕ ਵੀ ਬਣਾਇਆ ਉਹਨਾਂ ਨੇ, ਕੌਫੀ ਵੀ ਰੱਖੀ ਹੈ, ਚਾਹ ਵੀ ਰੱਖੀ ਹੈ, ਡੋਕਲਾ ਵੀ ਰੱਖਿਆ, ਪਨੀਰ ਪਕੌੜੇ ਰੱਖਿਆ, ਗੋਭੀ ਦੇ ਪਕੌੜੇ ਰੱਖੇ, ਚਿਕਨ ਵੀ ਰੱਖਿਆ, ਫਲਾਣਾ ਰੱਖਿਆ, ਧਮਕਾ ਵੀ ਰੱਖਿਆ, ਘਰ ਵੀ ਸਜਾਇਆ, ਤੁਹਾਡੀ ਆਇਓ ਭਗਤ ਵੀ ਕਰਦੇ ਨੇ। ਤੁਸੀਂ ਆਰਾਮ ਨਾਲ ਖਾ ਕੇ ਪੇਟ ਤੇ ਹੱਥ ਮਾਰ ਲੈਣੇ, ਮਜ਼ਾ ਲੈ। ਤੁਸੀਂ ਇੱਕ ਵਾਰੀ ਵੀ ਕਿਤੇ ਥੈਂਕਸ ਕਰ ਦਿਓ ਘਰ ਵਾਲਿਆਂ ਦਾ ਵੀ ਤੁਹਾਡੇ ਗੋਭੀ ਦੇ ਪਕੌੜੇ ਵਧੀਆ ਸੀ, ਤੁਹਾਡਾ ਪਨੀਰ ਵਧੀਆ ਸੀ, ਤੁਹਾਡੀ ਹੌਸਪਿਟੈਲਿਟੀ ਵਧੀਆ ਸੀ। ਇੰਨੀ ਗੱਲ 2 ਮੂੰਹ ਚੰਗੇ ਸ਼ਬਦ ਕਹਿਣ ਲੱਗੇ ਵੀ ਸਾਡੇ ਤਕਲੀਫ ਹੁੰਦੀ ਹੈ। ਤੇ ਮਾੜੀ ਗੱਲ ਅਸੀਂ ਜ਼ਰੂਰ ਕਰਦੇ ਹਾਂ। ਲਾਈਟ ਬੜੀ ਡਿਮ ਸੀ ਜੀ, ਉਹ ਐਵੇਂ ਜੀ ਸਲਵਾਰ ਪਾ ਕੇ ਜਗਦੀ ਨਹੀਂ ਸੀਗੀ, ਉਹ ਕੈਮਰੇ ਨਾਲ ਫੋਟੋ ਖਿੱਚਦੇ, ਫੋਟੋ ਤੇ ਪੁੱਠੀ ਜੀ ਆ ਗਈ ਜੀ। ਨਿੰਦਿਆ ਜਿੰਨੀ ਮਰਜ਼ੀ ਕਰ ਲਓ, ਨੈਗੇਟਿਵ ਪੁਆਇੰਟ ਜਿੰਨੇ ਮਰਜ਼ੀ ਲੱਭ ਲਓ, ਚੰਗੇ ਪੁਆਇੰਟ ਨਹੀਂ। ਜੇ ਅਸੀਂ ਦੇਖੋ ਆ ਨਵਾਂ ਸਾਲ ਚੜ੍ਹਿਆ, ਘੱਟੋ ਘੱਟ ਟਾਈਮ ਦੀ ਇੰਪੋਰਟੈਂਸ ਅਸੀਂ ਸਮਝ ਲਈਏ। ਮੈਂ ਜਿਹੜੀ ਗੱਲ ਕਰਨਾ, ਮੈਂ ਕੋਈ ਲਿਖੀ ਨਹੀਂ ਗੱਲ ਕਰਦਾ, ਜੋ ਜ਼ਿੰਦਗੀ 'ਚ ਦੇਖੀ ਹੈ। ਟਾਈਮ ਦੀ ਇੰਪੋਰਟੈਂਸ ਨਹੀਂ ਹੈ। ਜੇ ਅਸੀਂ ਜਹਾਜ਼ ਤੇ ਜਾਣਾ ਹੋਵੇ ਤੇ ਕਦੇ ਅਸੀਂ ਮਰਜ਼ੀ ਨਾ ਕਰਦੇ ਵੀ ਕੋਈ ਨਹੀਂ ਚੱਲਦੇ ਆ, ਘਰੇ ਦੇ ਰਿਸ਼ਤੇਦਾਰ ਬੈਠੇ ਨੇ, ਕੋਈ ਨਹੀਂ ਆ ਗਿਆ ਉਹਨੂੰ ਚਲੇ ਜਾਂਦੇ ਆ, ਫਿਰ ਜਾਂਦੇ ਆ। ਉੱਥੇ ਤਾਂ ਅਸੀਂ ਜਾਂਦੇ ਲੇਟ ਨਹੀਂ ਕਰਦੇ, 1 ਮਿੰਟ ਹੀ ਪਤਾ ਜਹਾਜ਼ ਉੱਡ ਜਾਣਾ, ਮੁੜ ਕੇ ਇੱਥੇ ਖੜੇ ਰਹਿ ਜਾਂਗੇ। ਕਦੇ ਅਸੀਂ ਕੰਮ ਤੇ ਜਾਣ ਲੱਗੇ ਦੇਰੀ ਨਹੀਂ ਕਰਦੇ ਵੀ ਉਹਨੇ ਘਰ ਵਾਲਾ ਉਹਨੇ 15 ਮਿੰਟ ਦੇ ਅੱਧੇ ਘੰਟੇ ਦੇ ਪੈਸੇ ਕੱਟ ਲੈਣੇ ਆ। ਪਰ ਜਦੋਂ ਅਸੀਂ ਕਿਸੇ ਯਾਰ ਦੋਸਤ ਤੇ ਰਿਸ਼ਤੇਦਾਰ ਦੇ ਸਾਨੂੰ ਇਨਵਾਈਟ ਕੀਤਾ ਹੁੰਦਾ, ਉੱਥੇ ਜ਼ਰੂਰ ਲੇਟ ਜਾਂਦੇ ਆ। ਤੁਸੀਂ ਸੋਚ ਕੇ ਦੇਖੋ 2 ਗੱਲਾਂ। ਪਹਿਲੀ ਗੱਲ ਤਾਂ ਆਪਣੇ ਬਾਰੇ ਸੋਚ ਕੇ ਦੇਖੋ ਵੀ ਜਦੋਂ ਤੁਸੀਂ ਕਿਸੇ ਨੂੰ ਇਨਵਾਈਟ ਕਰਦੇ ਹੋ, ਤੁਸੀਂ ਨਹੀਂ ਚਾਹੁੰਦੇ ਕਿ ਤੁਸੀਂ ਆਪਣੀ ਚਾਹ ਪਾਣੀ, ਜੋ ਪਕੌੜੇ ਪਕੂੜੇ ਬਣਾਉਣੇ ਨੇ, ਸਨੈਕਸ ਰੱਖਣੇ, ਉਹ ਤਿਆਰ ਕੀਤਾ ਹੋਇਆ। ਤੁਸੀਂ ਚਾਹੁੰਦੇ ਹੋ ਟਾਈਮ ਤੇ ਸਾਰੇ ਆ ਜਾਣ ਤਾਂ ਕਿ ਆਪਣੀ ਜਿਹੜੀ ਤੁਸੀਂ ਇੰਨੀ ਮਿਹਨਤ ਕੀਤੀ ਹੈ ਉਹਦਾ ਲੋਕ ਲੁਤਫ ਲੈਣ। ਤੁਸੀਂ ਚਾਹੁੰਦੇ ਹੋ ਨਾ। ਪਰ ਜਦੋਂ ਤੁਸੀਂ ਚਾਹੁੰਦੇ ਫਿਰ ਦੂਜੇ ਦੇ ਘਰ ਲੇਟ ਕਿਉਂ ਜਾਂਦੇ ਹੋ? ਤੁਸੀਂ ਇਹ ਸੋਚ ਕੇ ਦੇਖੋ। ਕਿਤੇ ਘਰ ਵਾਲੀ ਲੇਟ ਕਰਦੇ ਆ, ਕਿਤੇ ਨਿਆਣੇ ਲੇਟ ਕਰਦੇ ਆ, ਫਿਰ ਜਾ ਕੇ ਝੂਠ ਬੋਲਦੇ ਟ੍ਰੈਫਿਕ ਸੀ, ਫਲਾਣਾ ਸੀ, ਧਮਕਾ ਸੀਗਾ। ਇਹ ਗੱਲਾਂ ਜਿਹੜੀਆਂ ਨੇ ਤੁਹਾਡੀ ਪਰਸਨੈਲਿਟੀ ਨੂੰ ਡਾਊਨ ਕਰਦੀਆਂ ਨੇ। ਇਹ ਜੇ ਮੂੰਹ ਤੇ ਨਹੀਂ ਕੋਈ ਕਹਿੰਦਾ, ਪਿੱਛੋਂ ਕਹਿੰਦਾ, ਤੁਸੀਂ ਉਹਨੂੰ ਕਹੀ ਜਾਂਦੇ ਹੋ ਵੀ ਉਹਦਾ ਤਾਂ ਕੰਮ ਹੀ ਨਹੀਂ ਜੀ, ਜਦੋਂ ਤੁਸੀਂ ਉਹ ਤਾਂ ਲੇਟ ਹੀ ਆਉਂਦਾ। ਅਗਲਾ ਤੁਹਾਨੂੰ ਕਹੀ ਜਾਂਦਾ ਤੁਸੀਂ ਲੇਟ ਹੋਣਾ। ਕਿਉਂ ਨਾ ਅਸੀਂ ਆਪਣੇ ਆਪ ਦੀ ਐਗਜ਼ਾਮਪਲ ਸੈੱਟ ਕਰੀਏ ਵੀ ਜਿਹੜਾ ਟਾਈਮ ਤੇ ਟਰਾਲ ਨੇ ਟਾਈਮ ਦਿੱਤਾ ਤੁਸੀਂ ਉਸ ਟਾਈਮ ਪਹੁੰਚ ਜਾਓ। ਚਲੋ 1-2 ਮਿੰਟ ਕਿਤੇ ਪੋਸੀਬਿਲਿਟੀ ਹੋ ਸਕਦੀ ਹੈ, ਪਰ ਤੁਸੀਂ ਟਾਈਮ ਤੇ ਕਿਉਂ ਨਹੀਂ ਪਹੁੰਚਦੇ? ਅਗਲਾ 6 ਵਜੇ ਦਾ ਟਾਈਮ ਦਾ 7 ਵਜੇ ਪਹੁੰਚੋ। ਮੈਨੂੰ ਯਾਦ ਹੈ ਸਾਡੇ ਇੱਕ ਫਰੈਂਡ ਦੇ ਕੋਲ ਅਸੀਂ ਸਾਰੀ ਜ਼ਿੰਦਗੀ ਪੜ੍ਹਾਇਆ ਤੇ ਸਾਨੂੰ ਪਤਾ ਵੀ ਜੇ ਅਸੀਂ
2 ਮਿੰਟ ਵੀ ਜਾਂ 1 ਮਿੰਟ ਵੀ ਲੇਟ ਹੋ ਜਾਵਾਂਗੇ ਸਟੂਡੈਂਟ ਜਿਹੜੇ ਯੂਨੀਵਰਸਿਟੀ ਕਾਲਜਾਂ ਦੇ ਭੱਜ ਜਾਂਦੇ ਨੇ। ਇਸ ਕਰਕੇ ਸਾਨੂੰ ਟਾਈਮ ਤੇ ਜਾਣਾ ਪੈਂਦਾ ਤੇ ਟਾਈਮ ਤੇ ਛੱਡਣਾ ਪੈਂਦਾ। ਜੇ ਟਾਈਮ ਤੇ ਨਹੀਂ ਛੱਡਾਂਗੇ ਤੇ ਪਹਿਲਾਂ ਛੱਡ ਦਿਆਂਗੇ ਤੇ ਫਿਰ ਉਹ ਡਿਸਟਰਬ ਰੌਲਾ ਪਾਉਂਦੇ ਨੇ ਤੇ ਉਹ ਦੂਜੀਆਂ ਕਲਾਸਾਂ ਡਿਸਟਰਬ ਹੁੰਦੀਆਂ ਨੇ। ਸੋ ਸਾਰੀ ਜ਼ਿੰਦਗੀ ਅਸੀਂ ਇਹੀ ਕੰਮ ਸਿੱਖਿਆ ਸੀ। ਸਾਨੂੰ ਯਾਦ ਹੈ ਵੀ ਜਦੋਂ ਅਸੀਂ ਨਵੇਂ ਆਏ ਸੀਗੇ 87 88 89 ਦੇ ਵਿੱਚ, ਜਦੋਂ ਸਾਨੂੰ ਕੋਈ ਵਿਆਹ ਦੇ ਉੱਤੇ ਸਾਨੂੰ ਕਿਸੇ ਪਾਰਟੀ ਦੇ ਬੁਲਾ ਲਾਂਦਾ ਤੇ ਸਾਨੂੰ ਟਾਈਮ ਦਿੰਦਾ, ਉਹਨਾਂ ਨੂੰ ਪਤਾ ਸੀ ਇਹ ਟਾਈਮ ਦੇ ਬੜੇ ਪੰਕਚੁਅਲ ਨੇ। ਸਾਨੂੰ ਕਹਿੰਦੇ ਇਹ ਟਾਈਮ ਜਿਹੜਾ ਲਿਖਿਆ ਨਾ ਤੁਹਾਨੂੰ, ਇਹ ਤੁਹਾਡੇ ਲਈ ਨਹੀਂ, ਤੁਹਾਨੂੰ ਅਸੀਂ ਅੱਧਾ ਘੰਟਾ ਪਹਿਲਾਂ ਦੱਸਾਂਗੇ ਵੀ ਜਦੋਂ ਵੀ ਹੁਣ ਆਉਣਾ ਸ਼ੁਰੂ ਹੋ ਗਿਆ ਜਾਂ ਅਸੀਂ ਤਿਆਰ ਹੋ ਗਏ। ਸਾਨੂੰ ਯਾਦ ਆ ਵੀ ਅਸੀਂ ਇੱਕ ਵਾਰੀ ਕਿਸੇ ਗੁਰਦੁਆਰਾ ਸਾਹਿਬ ਵਿੱਚ ਗਏ, ਉੱਥੇ ਕੁੜੀ ਦਾ ਵਿਆਹ ਸੀ। ਅਸੀਂ ਜਾ ਕੇ ਜਿਹੜਾ 8 ਵਜੇ ਦਾ ਟਾਈਮ ਤੇ ਚਲੇ ਗਏ, ਉੱਥੇ ਤਾਂ ਨਾ ਭਾਈ ਜੀ ਸੀ ਨਾ ਗੁਰਦੁਆਰਾ ਸੀ, ਦਰਵਾਜ਼ੇ ਹੀ ਖੁੱਲ੍ਹੇ ਸੀ। ਅਸੀਂ ਲੱਭ ਕੇ ਥੱਕ ਗਏ। ਫਿਰ ਉਹਨਾਂ ਦਾ ਇੱਕ ਬੰਦਾ ਆਇਆ, ਉਹ ਕਹਿੰਦੇ ਜੀ ਉਹ ਤਾਂ ਹਾਲੇ ਤਿਆਰ ਹੁੰਦੇ ਨੇ। 1.5 ਘੰਟੇ ਬਾਅਦ ਆਏ, ਜੋ ਘਰਦਿਆਂ ਦਾ ਇਹੀ ਹਾਲ ਹੈ ਟਾਈਮ ਦੇ ਕੇ। ਸੋ ਇਹ ਕਿਸੇ ਦਾ ਕਸੂਰ ਨਹੀਂ, ਇਹ ਆਵਾ ਇਸ ਤਰ੍ਹਾਂ ਬਣਿਆ ਵਾ। ਸੋ ਨਵੇਂ ਸਾਲ 'ਚ ਇੱਕ ਤਾਂ ਘੱਟੋ ਘੱਟ ਇਹ ਰੈਜ਼ੋਲੂਸ਼ਨ ਪਾ ਲਓ, ਜਿਹੜਾ ਤੁਹਾਨੂੰ ਬੁਲਾਉਂਦਾ ਕਹਿੰਦਾ ਜੀ ਦੱਸੋ ਸਾਨੂੰ ਕਿਹੜੇ ਟਾਈਮ ਤੇ ਠੀਕ ਹੋਣਾ, ਠੀਕ ਟਾਈਮ ਤੇ ਫਿਰ ਪਹੁੰਚੋ ਤਾਂ ਕਿ ਹਾਲੇ ਦਾ ਇੰਜੋਏ ਕਰੀਏ। ਦੂਜੀ ਗੱਲ, ਝੂਠ ਫਰੇਬ ਜੇ ਨਾ ਮਾਰੋ, ਮੈਂ ਉੱਥੇ ਜਾਣਾ ਸੀ, ਮੈਂ ਬਿਜ਼ੀ ਸੀ, ਕਿ ਇਹ ਵੀ ਬਹੁਤ ਵੱਡਾ ਭੁਲੇਖਾ। ਬੈਠੇ ਸਾਹਿਬ ਘਰੇ ਹੁੰਦੇ ਨੇ, ਜੇ ਉਹਨੂੰ ਪੁੱਛੋ ਸਾਡੇ ਕਿ ਨਹੀਂ ਆ ਜੋ, ਨਹੀਂ ਮੈਂ ਬਿਜ਼ੀ ਸੀ, ਮੈਂ ਅੱਛਾ ਘਰ ਵਾਲੀ ਨੂੰ ਪੁੱਛ ਕੇ ਦੱਸੂ। ਜਾਂ ਤਾਂ ਘਰ ਵਾਲੀ ਤੇ ਉਹਦੀ ਬਣਦੀ ਨਹੀਂ ਤਾਂ ਬਹਾਨਾ ਮਾਰਦਾ, ਅਦਰਵਾਈਜ਼ ਬੈਠੇ ਘਰੇ ਹੀ ਹੁੰਦੇ ਆ ਤਾਂ ਵੀ ਕੋਈ ਗੱਲ ਨਹੀਂ। ਜੇ ਨਵਾਂ ਸਾਲ ਚੜ੍ਹਦਾ ਬਜਾਏ ਦਾਰੂਆਂ ਪੀਂਦੇ ਹੋ ਜਾਂਦੇ, ਤੁਸੀਂ ਆਪਣੇ ਗੁਰਦੁਆਰਾ ਸਾਹਿਬ ਮੰਦਿਰ ਵਿੱਚ ਜਾ ਕੇ ਨਵਾਂ ਸਾਲ ਉੱਥੇ ਚੜਾਓ। ਜੇ ਉੱਥੇ ਨਹੀਂ ਜਾਣਾ, ਕਿਉਂਕਿ ਪ੍ਰਮਾਤਮਾ ਸਾਡੇ ਵਿੱਚ ਤੇ ਘਰੇ ਬਹਿ ਕੇ ਚੁੱਪ ਕਰਕੇ ਪਾਠ ਕਰੋ, ਮੈਡੀਟੇਸ਼ਨ ਕਰੋ, ਉਹਦਾ ਸਾਨੂੰ ਬਾਹਲਾ ਲੁਤਫ ਮਿਲੂਗਾ। ਕਿਉਂਕਿ ਸਾਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਤੇ ਰਹਿਮਤ ਕਿੰਨੀ ਹੋ ਰਹੀ ਹੈ। ਅਸੀਂ ਤਾਂ ਇਹ ਸੋਚਦੇ ਹਾਂ ਵੀ ਮੈਨੂੰ ਉਹ ਬਿਮਾਰੀ ਨੇ ਘੇਰ ਲਿਆ, ਮੈਨੂੰ ਆਹ ਨੁਕਸਾਨ ਹੋ ਗਿਆ, ਮੇਰੇ ਦਰਦ ਹੋ ਗਿਆ। ਕਈ ਵਾਰੀ ਮੈਨੂੰ ਯਾਦ ਆ ਕਿ ਪਰਸੋਂ ਮੈਂ ਬ੍ਰੇਕਫਾਸਟ ਕਰਨ ਲੱਗਿਆ, ਗੋਲ ਆਪਣੀ ਕੁਰਸੀ ਤੇ ਬੈਠਣ ਲੱਗਾ, ਉਹ ਘੁੰਮਦੀ ਆਪਣੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਬਿਲਕੁਲ ਜਾ ਕੇ ਨੀਚੇ ਅਸੀਂ ਪਹਿਲਾਂ ਨੀਚੇ ਬੈਠ ਗਏ, ਫਿਰ ਨਾਲ ਡਿੱਗਿਆ। ਹੁਣ ਸੋਚਣ ਦੀ ਜੇ ਗੱਲ ਤੇ ਆ ਵੀ ਜੇ ਉੱਪਰੋਂ ਸਿੱਧਾ ਉਲਟ ਜਾਂਦੇ ਤੇ ਥੱਲੇ ਹੈਗਾ ਫਰਸ਼, ਹਾਂਜੀ, ਤੇ ਉੱਥੇ ਫਰਸ਼ ਤੇ ਵੱਜਦੇ ਇਸ ਉਮਰ ਸਿਰ ਪਾੜ ਜਾਂਦਾ, ਉੱਥੋਂ ਚੱਕ ਲੈ ਜਾਂਦੇ ਹਸਪਤਾਲ 'ਚ ਡਾਕਟਰ ਨੇ ਕਹਿੰਦਾ ਟਾਂਕੇ ਲਾਏ ਜੀ, ਸੌਰੀ ਬਚਾ ਨਹੀਂ ਸਕੇ, ਲੈ ਜਾਓ ਇਹਨੂੰ ਫਿਊਨਰਲ ਹੋਮ 'ਚ। ਪਰ ਉਹਦੀ ਰਹਿਮਤ ਕਰਕੇ ਸੱਟ ਜਿਹੜੀ ਸੀਗੀ ਜਿਹੜੀ ਕਹਿੰਦੇ ਨੇ ਸੂਲੀ ਤੋਂ ਸੂਲ ਤੋਂ ਸੂਈ ਬਣ ਜਾਂਦੀ ਹੈ, ਛੋਟੀ ਹੋ ਜਾਂਦੀ ਹੈ। ਸੋ ਉਸ ਮਾਲਕ ਦੀ ਰਹਿਮਤ ਹੀ ਹੈ। ਜਦੋਂ ਅਸੀਂ ਚੰਗੇ ਕੰਮ ਕਰ ਲੈਣਾ ਉਹ ਹੱਥ ਪਿੱਛੇ ਹੁੰਦਾ। ਜਿਸ ਤਰ੍ਹਾਂ ਘੁਮਿਆਰ ਹੁੰਦਾ, ਘੁਮਿਆਰ ਜਦੋਂ ਬਰਤਨ ਬਣਾਉਂਦਾ, ਘੜਾ ਬਣਾਉਂਦਾ, ਹਮੇਸ਼ਾ ਤੁਸੀਂ ਦੇਖ ਲਓ ਉੱਪਰ ਉਹ ਆਪਣੀ ਲੱਕੜ ਦੇ ਨਾਲ ਥਾਪੀ ਮਾਰੀ ਜਾਂਦਾ, ਥੱਲੇ ਹੱਥ ਰੱਖਦਾ। ਜੇ ਥੱਲੇ ਹੱਥ ਨਾ ਰੱਖੇ ਤੇ ਥਾਪੀ ਮਾਰੇ ਉਹਦੀ ਮਿੱਟੀ ਟੁੱਟ ਜੂਗੀ। ਉਹ ਥੱਲੇ ਰਹਿਮਤ ਵਾਲਾ ਹੱਥ, ਸਾਡੇ ਪਰਮਾਤਮਾ ਹਮੇਸ਼ਾ ਸਾਡੇ ਨਾਲ ਹੁੰਦਾ। ਸਾਨੂੰ ਲੋੜ ਹੈ ਕਿ ਉਹਦੇ ਨਾਲ ਲੱਗੇ ਰਹੀਏ। ਅਸੀਂ ਐਵੇਂ ਹੀ ਬਿਨਾਂ ਮਤਲਬ ਲੋਕਾਂ ਨੂੰ ਕ੍ਰਿਟੀਸਾਈਜ਼ ਕਰ ਦਿੰਦੇ ਹਾਂ। ਆਪਣੇ ਆਪ ਨੂੰ ਕ੍ਰਿਟੀਸਾਈਜ਼ ਕਰੋ। ਕੋਈ ਕਿਸੇ ਦਾ ਕੰਮ ਨਹੀਂ ਬਣਦਾ, ਨੁਕਸ ਕੱਢਦਾ ਨਾ ਵੀ ਫਲਾਣੇ ਨਹੀਂ ਕੰਮ ਬਣਦਾ, ਧਮਕੇ ਨਹੀਂ ਮਿਲਦਾ। ਗੱਲ ਇਹ ਆ ਵੀ ਜੇ ਪਰਮਾਤਮਾ ਤੁਹਾਡੇ ਹੱਥ 'ਚ ਹੁੰਦਾ, ਕਿਸੇ ਦੀ ਤਾਕਤ ਸੀ ਰੋਕ ਸਕਦਾ? ਆਟੋਮੈਟਿਕਲੀ ਤੁਹਾਡਾ ਕੰਮ ਹੋ ਜਾਣਾ। ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਏ। ਜਿਹਦੇ ਨਾਲ ਪਰਮਾਤਮਾ ਹੈਗਾ ਨਾ, ਦੁਨੀਆ ਕੋਈ ਤੁਹਾਡਾ ਨਹੀਂ ਵਿਗਾੜ ਸਕਦੀ। ਤੁਸੀਂ ਦੇਖਿਆ ਹੋਊਗਾ ਰਕਸ਼ਾ ਵਾਲਾ ਮੁੰਡਾ ਜਿਹੜਾ ਰੋਟੀ ਤੋਂ ਮੁਤਾਜ ਹੈ ਜਾਂ ਕਿਸੇ ਦੇ ਘਰ ਨਹੀਂ ਬਚਦਾ, ਉਹ ਕੱਲ ਨੂੰ ਜਾ ਕੇ DC ਬਣ ਜਾਂਦਾ। ਚਾਹ ਵੇਚਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ, ਮਤਲਬ ਦੇਸ਼ ਦਾ ਹੀ ਨਹੀਂ ਬਣਦਾ, ਦੁਨੀਆ 'ਚ ਉਹਦਾ ਨਾਂ ਹੁੰਦਾ। ਜਿਹੜੇ ਵੱਡੇ ਅਮੀਰਾਂ ਦੇ ਹੁੰਦੇ ਨੇ ਪ੍ਰਧਾਨ ਮੰਤਰੀਆਂ ਦੇ, ਦਾਦੀ ਵੀ ਪ੍ਰਧਾਨ ਮੰਤਰੀ, ਮੁੰਡਾ ਵੀ ਪ੍ਰਧਾਨ ਮੰਤਰੀ, ਨੂੰਹ ਵੀ ਪ੍ਰਧਾਨ ਮੰਤਰੀ, ਕੁੜੀ ਵੀ ਪ੍ਰਧਾਨ ਮੰਤਰੀ, ਅਖੀਰ 'ਚ ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਸੋ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਚੰਗੇ ਜਦੋਂ ਅਸੀਂ ਕਰਮ ਕਰਦੇ ਹਾਂ, ਪਰਮਾਤਮਾ ਦੇ ਲੜ ਲੱਗਦੇ ਹਾਂ, ਤੇ ਇਹ ਪਤਾ ਨਹੀਂ ਸਾਡੇ ਦਿਨ ਕਦੋਂ ਫਿਰ ਜਾਣਗੇ। ਸੋ ਇਸ ਕਰਕੇ ਯਾਦ ਰੱਖੋ, ਮੌਤ ਨੂੰ ਹਮੇਸ਼ਾ ਇੱਕ ਵਾਰੀ ਯਾਦ ਰੱਖੋ, ਹਮੇਸ਼ਾ ਵੀ ਮੌਤ ਆਉਣੀ। ਇਹ ਨਾ ਭੁੱਲੋ ਵੀ 23 ਆ ਗਿਆ, ਹਾਲੇ ਤਾਂ ਆਪਾਂ 40 ਸਾਲ ਹੋਰ ਜਿਉਣਾ। ਇਹ ਪਤਾ ਨਹੀਂ 23 ਚੜੂਗਾ ਕਿ ਨਹੀਂ ਚੜੂਗਾ। ਮੈਂ ਤਾਂ ਆਪਣੇ ਜਿਹੜੇ ਨਿਊ ਈਅਰ ਗ੍ਰੀਟਿੰਗ ਪਾਏ ਨੇ, ਉਹ ਵੀ ਕਿਹਾ ਵੀ ਲਾਈਫ ਇਜ਼ ਟੂ ਸ਼ਾਰਟ। ਆਪਣੇ ਮੈਸੇਜ ਦਿਓ ਤੇ ਉਹਦੇ ਵਿੱਚ ਮਾਫੀ ਮੰਗ ਲਓ ਵੀ ਮੈਥੋਂ ਜਿਹੜੇ ਪਿਛਲੇ ਸਾਲ ਦੇ ਕੰਮ ਹੋਏ ਨੇ, ਕਈ ਵਾਰੀ ਆਪਾਂ ਮਜ਼ਾਕ 'ਚ ਕਹਿ ਦਿੰਦੇ, ਕੁਝ ਹੋਰ ਕਹਿ ਦਿੰਦੇ, ਇੰਟੈਂਸ਼ਨਲੀ ਜਾਂ ਅਨਇੰਟੈਂਸ਼ਨਲੀ ਕਿਹਾ ਗਿਆ। ਜੇ ਤੁਸੀਂ ਮਾਫੀ ਮੰਗ ਲਓਗੇ ਤਾਂ ਤੁਹਾਡਾ ਕੀ ਘਟ ਜੂਗਾ? ਆਲਾ ਦਾ ਮਨ ਖੁਸ਼ ਹੋ ਜੂਗਾ, ਅੱਗੇ ਲਈ ਪਿਆਰ ਵੱਧ ਜੂਗਾ। ਤੇ ਜੇ ਆਲਾ ਮਾਫ ਨਹੀਂ ਕਰਦਾ ਤਾਂ ਉਹਦਾ ਫਰਜ਼ ਤੁਹਾਨੂੰ ਰੱਬ ਨੂੰ ਤਾਂ ਪਤਾ ਕਿ ਤੂੰ ਸੱਚੇ ਦਿਲੋਂ ਮਾਫੀ ਮੰਗੀ ਹੈ। ਜੇ ਰੱਬ ਦੇ ਘਰੋਂ ਮਾਫੀ ਮਿਲ ਗਈ ਤੇ ਫਿਰ ਤੁਹਾਨੂੰ ਹੋਰ ਕੀ ਚਾਹੀਦਾ? ਸੋ ਇਸ ਕਰਕੇ ਇੱਕ ਗੱਲ ਕਹਿਣਾ ਵੀ ਨਵਾਂ ਸਾਲ ਚੜ੍ਹਿਆ, ਆਪਾਂ ਕੋਈ ਸੋਚ ਵਿਚਾਰ ਕਰੀਏ ਆਪਣੇ ਉੱਤੇ। ਇਹ ਨਹੀਂ ਵੀ ਲਾਲੀ ਮੂਵੀ TV ਖਾ ਲਈ, ਉਹੀ ਪਰੌਂਠੇ ਖਾ ਲਏ, ਉਹੀ ਪੂਰੀਆਂ ਖਾ ਲਈਆਂ, ਉਹੀ ਉਹ ਕਰ ਲਿਆ, ਅੱਜ 1 ਤਰੀਕ, ਕੱਲ ਨੂੰ 2, ਫਿਰ 3, 4, ਫਿਰ ਅਗਲੇ ਸਾਲ ਦਾ ਉਡੀਕਦੇ ਹਾਂ। ਇਹ ਤਾਂ ਸਾਲ ਇੱਕ, ਜਿਵੇਂ ਕਿਸੇ ਨੇ ਕਿਹਾ ਨਾ ਨਵਾਂ ਸਾਲ ਚੜ੍ਹ ਗਿਆ, ਖੈਰ ਇਹ ਵੀ ਚੜ੍ਹਿਆ ਹੈ ਬੀਤ ਜਾਵਨ ਦੇ ਲਈ। ਇਹ ਤਾਂ ਜਿਹੜੀ ਕੈਲੰਡਰ ਦੇ ਉੱਤੇ ਡੇਟਾਂ ਬਦਲਦੀਆਂ ਰਹਿੰਦੀਆਂ ਨੇ। ਅੱਜ 22 ਹੈ, 22 ਤੋਂ ਬਾਅਦ 23 ਹੋਇਆ। 22 ਤੇ 23 'ਚ ਕੀ ਡਿਫਰੈਂਸ ਹੈ ਕਿ 22 ਦੇ ਵਿੱਚ 1 ਜੁੜ ਗਿਆ ਤੇ ਨਵਾਂ ਸ਼ੁਰੂ ਹੋ ਗਿਆ, ਤੇ 23 ਦੇ ਵਿੱਚ 1 ਜੁੜ ਜੂਗਾ, 24 ਹੋਊਗਾ, ਨਵਾਂ ਹੋ ਜੂਗਾ। ਸੋ ਇਹਦਾ ਮਤਲਬ ਕਿ ਕੈਲੰਡਰ ਦੇ ਵਿੱਚ 1 ਜੁੜਦਾ ਗਿਆ ਤੇ ਨਵੀਆਂ ਚੀਜ਼ਾਂ ਆਉਂਦੀਆਂ ਗਈਆਂ। ਇਸੇ ਤਰ੍ਹਾਂ ਜੇ ਸਾਡੀ ਜ਼ਿੰਦਗੀ ਦੇ ਵਿੱਚ 1 ਜੁੜ ਜੇ
ਇੱਕ ਦਾ ਕੀ ਮਤਲਬ ਹੈ ਕਿ ਜਦੋਂ ਅਸੀਂ ਇੱਕ ਤਾਕਤ ਨਾਲ ਸਾਡੇ ਵਿੱਚ ਜੁੜ ਜੇ, ਸਾਡੇ ਵਿੱਚ ਇੱਕ ਤਾਕਤ ਦਾ ਸਾਡਾ ਮਿਲਾਪ ਹੋ ਜੇ, ਤੇ ਫਿਰ ਸਾਡੀ ਜਿਹੜੀ ਸ਼ੁਰੂਆਤ ਹੈ ਉਹ ਟੋਟਲੀ ਡਿਫਰੈਂਟ ਹੁੰਦੀ ਹੈ। ਫਿਰ ਸਾਡੇ ਰਹਿਣ ਸਹਿਣ ਦਾ ਢੰਗ ਹੀ ਡਿਫਰੈਂਟ ਹੋ ਜਾਂਦਾ ਹੈ, ਫਿਰ ਸਾਡੇ ਜਿਹੜੀ ਸੋਚਣ ਦਾ ਨਜ਼ਰੀਆ ਹੀ ਡਿਫਰੈਂਟ ਹੋ ਜਾਂਦਾ ਹੈ। ਫਿਰ ਸਾਨੂੰ ਇਹ ਨਹੀਂ ਹੁੰਦਾ ਕਿ ਲੋਕ ਕੀ ਕਹਿੰਦੇ ਨੇ ਕੀ ਨਹੀਂ ਕਰਦੇ, ਫਿਰ ਤੁਹਾਡੇ 'ਚ ਆਪਣੇ 'ਚ ਕੌਨਫੀਡੈਂਸ ਹੁੰਦਾ ਕਿ ਜੋ ਮੈਂ ਕਰ ਰਿਹਾ, ਤੁਸੀਂ ਅੰਦਰੋਂ ਪਰਮਾਤਮਾ ਨੂੰ ਪੁੱਛ ਰਹੇ ਹੋ ਕਿ ਇਹ ਜਿਹੜਾ ਜੋ ਕੁਝ ਮੈਂ ਕਰ ਰਿਹਾ ਠੀਕ ਹੈ। ਜਦੋਂ ਵੀ ਤੁਸੀਂ ਕਿਤੇ ਗਲਤ ਕੰਮ ਕਰਨ ਲੱਗਦੇ ਹੋ, ਸੋਚ ਤੁਹਾਡੀ ਗਲਤ ਹੁੰਦੀ ਹੈ, ਪਰਮਾਤਮਾ ਉੱਥੇ ਹੀ ਆ ਕੇ ਤੁਹਾਨੂੰ ਰੋਕ ਦਿੰਦਾ, ਕਿਸੇ ਨਾ ਕਿਸੇ ਤਰੀਕੇ ਨਾਲ ਰੋਕਦਾ, ਤੋਂ ਗਲਤ ਕੰਮ ਨਹੀਂ ਹੁੰਦਾ, ਤੁਹਾਡੇ ਕੰਮ ਗਲਤ ਹੋਣ ਨਹੀਂ ਦਿੰਦਾ। ਸੋ ਹੱਕ ਹਲਾਲ ਦੀ ਕਮਾਈ ਕਰੋ, ਕਿਸੇ ਦੀ ਜਿੰਨੀ ਕੁ ਮਦਦ ਹੋ ਸਕਦੀ ਹੈ ਕਰੋ। ਕਈ ਵਾਰੀ ਐਵੇਂ ਹੀ ਕੋਈ ਬੰਦਾ ਕਹਿੰਦਾ, ਕੋਈ ਲਾਰੇ ਲਾਈ ਜਾਂਦਾ, ਲੱਪੇ ਲਾਈ ਜਾਂਦਾ, ਝੂਠ ਬੋਲੀ ਜਾਂਦਾ, ਮੈਂ ਆਹ ਕਰ ਦੂੰ, ਉਹ ਕਰ ਦੂੰ, ਕੋਈ ਮੌਕੇ ਜਾ ਕੇ ਮੁੱਕਰ ਜਾਂਦਾ। ਉਹ ਜਿਹੜੇ ਬੰਦੇ ਹੁੰਦੇ ਧੋਖੇਬਾਜ਼, ਉਹਨਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਇੱਕ ਵਾਰ, ਦੋ ਵਾਰ, ਚਾਰ ਵਾਰ ਜੇ ਧੋਖਾ ਖਾ ਲਿਆ, ਉਹਨਾਂ ਤੋਂ ਸਾਨੂੰ ਸਾਵਧਾਨ ਹੋਣ ਦੀ ਵੀ ਲੋੜ ਹੈ। ਸੋ 5 ਮਿੰਟ ਰਹਿ ਗਏ ਆਪਣੇ ਕੋਲੇ, ਸੋ ਇਹਨੂੰ ਔਖੇ ਸੌਖੇ ਪੂਰਾ ਕਰ ਲਈਏ। ਜੇ ਮੈਨੂੰ ਪਤਾ ਹੁੰਦਾ ਮੈਂ ਥੋੜਾ ਜਿਹਾ ਹੋਰ ਕਰ ਲੈਣਾ ਸੀਗਾ ਗੱਲਬਾਤ ਤਿਆਰ। ਸੋ ਇਸ ਕਰਕੇ ਗੱਲ ਤਾਂ ਨਵਾਂ ਸਾਲ ਚੜ੍ਹਿਆ, ਨਵੇਂ ਸਾਲ ਦੇ ਵਿੱਚ ਰੈਜੂਲੇਸ਼ਨ ਇਹ ਪਾਓ। ਸਭ ਤੋਂ ਵੱਡੀ ਗੱਲ, ਇੰਪੋਰਟੈਂਟ ਜ਼ਰੂਰੀ ਗੱਲ ਇਹ ਹੈ ਕਿ ਸਵੇਰੇ ਉੱਠ ਕੇ, ਮੈਂ ਜਿਹੜੀ ਬਾਰ-ਬਾਰ ਤੁਹਾਨੂੰ ਕਹਿਣਾ, ਸਵੇਰੇ ਉੱਠ ਕੇ ਜ਼ਰੂਰ ਮੈਡੀਟੇਸ਼ਨ ਕਰੋ। ਮੂੰਹ ਧੋਵੋ, ਹੱਥ ਧੋਵੋ, ਦਾਤਨ ਕਰੋ, ਨਹਾ ਲਓ, ਨਾ ਨਹਾ ਲਓ, ਪਰਮਾਤਮਾ ਦੀ ਕੋਈ ਗੱਲ ਨਹੀਂ। ਜੇ ਨਹਾਉਣ ਵਾਲੀ ਗੱਲ ਹੁੰਦੀ ਤਾਂ ਡੱਡੂ ਮੱਛੀਆਂ ਹਮੇਸ਼ਾ ਹੀ ਪਾਣੀ 'ਚ ਰਹਿੰਦੇ ਨੇ ਤੇ ਉਹ ਤਰ ਜਾਣੇ ਸੀਗੇ। ਸੋ ਇਹਦੇ ਵਿੱਚ ਫਾਰਮੈਲਿਟੀ ਨਾ ਕਰੋ। ਚੰਗੀ ਗੱਲ ਆ ਜੇ ਛਿੱਟੇ ਮਾਰ ਕੇ ਬਹਿ ਜਾਓਗੇ, ਥੋੜੀ ਫੁਰਤੀ ਆਊਗੀ। ਘੱਟੋ ਘੱਟ ਬੈਠੋ ਤੇ ਕੋਸ਼ਿਸ਼ ਕਰੋ ਜਿੱਥੇ ਤੁਸੀਂ ਰੋਜ਼ ਬੈਠਦੇ ਨਾ ਉੱਥੇ ਹੀ ਬੈਠੋ, ਕਿਉਂਕਿ ਉਹਦੇ ਵਿੱਚ ਬੜੀ ਬਰਕਤ ਹੁੰਦੀ ਹੈ, ਉਹਦੇ ਵਿੱਚ ਬੜੀਆਂ ਵਾਈਬ੍ਰੇਸ਼ਨਸ ਪੈਦਾ ਹੁੰਦੀਆਂ ਜਦੋਂ ਤੁਸੀਂ ਚੰਗੇ ਥਾਂ 'ਤੇ ਬੈਠਦੇ ਹੋ। ਸੋ ਇਸੇ ਤਰ੍ਹਾਂ ਹੀ ਦਿਨ ਦੇ ਵਿੱਚ ਜਦੋਂ ਤੁਸੀਂ ਕਿਤੇ ਜਾਂਦੇ ਹੋ, ਕਾਰ ਸ਼ੂਰ ਚਲਾਉਣੇ ਹੋ ਜਾਂ ਕੋਈ ਰੋਟੀ ਖਾਣੇ ਹੋ, ਰੋਟੀ ਫਟਾਫਟ ਚੱਕ ਕੇ ਮੂੰਹ 'ਚ ਬੁਰਕੀ ਤੇ ਬੁਰਕੀ ਪਾਈ ਜਾਂਦੇ ਆ। ਪਹਿਲਾਂ ਰੋਟੀ ਜੇ ਖਾਣੇ ਹੋ, ਜਿਹੜੇ ਕੁੱਲ ਪਰਮਾਤਮਾ ਨੇ ਦਿੱਤੀ, ਉਹਦੀ ਰੱਬ ਦਾ ਸ਼ੁਕਰ ਕਰੋ ਵੀ ਲੋਕ ਤਾਂ ਰੋਟੀ ਤੋਂ ਤਰਸਦੇ ਨੇ। ਲੋਕ ਤਾਂ ਗੰਦ 'ਚੋਂ ਕੱਢ ਕੇ ਝੂਠੀਆਂ ਚੀਜ਼ਾਂ ਖਾਂਦੇ ਨੇ। ਲੋਕਾਂ ਕੋਲ ਤਾਂ ਦੋ ਟਾਈਮ ਦੇ ਖਾਣਾ ਨਸੀਬ ਨਹੀਂ ਹੁੰਦਾ। ਤੁਹਾਨੂੰ ਪਰਮਾਤਮਾ ਨੇ ਵਧੀਆ ਥਾਲ, ਸਲਾਦ ਵੀ ਰੱਖਤਾ, ਅਚਾਰ ਵੀ ਰੱਖਤਾ, ਪਿਆਜ਼ ਵੀ ਰੱਖਤਾ, ਹਾਂਜੀ, ਤੇ ਤੁਹਾਡੀ ਮਨ ਪਸੰਦ ਦੀ ਦਾਲ ਮੱਖਣੀ ਵੀ ਰੱਖੀ ਹੈ, ਸ਼ਾਹੀ ਪਨੀਰ ਵੀ ਰੱਖਿਆ, ਜੇ ਕੋਈ ਉਹ ਮੁਰਗੇ ਦੀ ਟਾਂਗਾ ਉਹ ਵੀ ਰੱਖੀ ਵੀ ਹੈ। ਤੇ ਤੁਸੀਂ ਫਟਾਫਟ ਚੂਸਣ ਦੀ ਕਰ ਦਿਓ, ਖਾਣ ਦੀ ਕਰ ਦਿਓ, ਕਿਤੇ ਉਸ ਰੱਬ ਦਾ, ਉਸ ਮਾਲਕ ਦਾ, ਉਸ ਵਾਹਿਗੁਰੂ ਦਾ ਖਾਣ ਤੋਂ ਪਹਿਲਾਂ ਅੱਖਾਂ ਵਿੱਚ ਕੇ 2 ਮਿੰਟ 1 ਮਿੰਟ ਦੀ ਧੰਨਵਾਦ ਕਰ ਦਿਓ। ਉਹੀ ਅੰਮ੍ਰਿਤ ਬਣ ਜਾਂਦੇ। ਫਿਰ ਜਿਹੜੀਆਂ ਮਾਵਾਂ, ਭੈਣਾਂ, ਬੀਬੀਆਂ, ਸਿਸਟਰਸ ਖਾਣਾ ਬਣਾਉਂਦੀਆਂ, ਬਜਾਏ ਟੀਵੀ ਸਾਹਮਣੇ ਰੱਖ ਕੇ ਡਰਾਮਾ ਦੇਖਦੇ ਤੁਸੀਂ ਬਣਾਓ ਜਾਂ ਲੜਾਈ ਝਗੜਾ ਕਰਕੇ ਬਣਾਓ, ਖਾਣੇ 'ਚ ਉਹੀ ਬਰਕਤ ਨਹੀਂ ਪੈਂਦੀ। ਜੇ ਤੁਸੀਂ ਉਸ ਟਾਈਮ ਸਤਸੰਗ ਲਾ ਲਓ, ਸ਼ਬਦ ਲਾ ਲਓ, ਗੁਰਬਾਣੀ ਦੇ ਲਾਓ, ਜਿਹਦੇ ਮਰਜ਼ੀ ਲਾਓ, ਰੱਬ ਦਾ ਨਾਮ ਜਪਦੇ ਕਰੋਗੇ, ਉਹੀ ਜਿਹੜਾ ਖਾਣਾ ਉਹ ਅੰਮ੍ਰਿਤ ਬਣ ਜਾਂਦਾ। ਹੋਟਲ ਦਾ ਖਾਣਾ ਤੇ ਮਾਂ ਦੇ ਖਾਣੇ ਦੇ ਵਿੱਚ ਇਹੀ ਤਾਂ ਫਰਕ ਹੈ। ਹੋਟਲ ਦੇ ਖਾਣੇ ਵਿੱਚ ਪਿੱਛੇ ਜਿਹੜੀ ਲੌਜਿਕ ਹੈ ਉਹ ਹੈਗੀ ਪੈਸੇ ਦੀ, ਕਿ ਮੈਨੂੰ ਕਮਾਈ ਕਿਵੇਂ ਹੋਊਗੀ। ਤੇ ਜਿਹੜਾ ਘਰ ਦਾ ਖਾਣਾ ਹੈ ਉਹਦੇ ਵਿੱਚ ਜਿਹੜੀ ਫਿਲਾਸਫੀ ਹੈ ਉਹ ਹੈਗੀ ਪਿਆਰ ਦੀ। ਮਾਂ ਕਦੇ ਵੀ ਕੋਸ਼ਿਸ਼ ਨਹੀਂ ਕਰਦੀ, ਕਹਿੰਦੇ ਨਾ ਮੇਰੀ ਮਾਂ ਅਨਪੜ੍ਹ ਹੈ, ਮੈਂ 2 ਮੰਗਾਂ 3 ਦੇ ਦਿੰਦੀ ਹੈ। ਇਹ ਪਿਆਰ ਦੀ ਨਿਸ਼ਾਨੀ ਨਹੀਂ ਤੇ ਹੋਰ ਕੀ ਹੈ, ਸਿੰਬੋਲਿਕਲੀ ਗੱਲ ਕਹੀ ਹੈ। ਉਹ ਕਹਿੰਦੀ ਹੋਰ ਲੈ ਲੈ। ਹੋਟਲ ਵਾਲਾ ਕਹਿੰਦਾ ਹੋਰ ਲੈ ਲੈ, ਹੋਰ ਲਾਉਂਗੇ ਜੀ ਬਾਬੂ ਜੀ, ਕਿਉਂਕਿ ਉਹਨੂੰ ਪਤਾ ਬਿੱਲ ਵਧਣੇ। ਉਹ ਜਦੋਂ ਖਾਣਾ ਖਾਣ ਜੋ ਬਫੇ ਸਿਸਟਮ ਉਹ ਪਹਿਲਾਂ ਆ ਜਾਂਦੇ, 10 ਦਾਰੂ ਪੀਓਗੇ, ਲੱਸੀ ਪੀਓਗੇ, ਉਹ ਪੀਓਗੇ, ਉਹ ਸੰਗਦੇ ਬੰਦੇ ਨੂੰ ਮੰਗਵਾਉਣਾ ਪੈਂਦਾ, 100 ਦਾ ਬਿੱਲ ਹੋਰ ਵੱਧ ਜਾਂਦਾ, ਕਿਉਂਕਿ ਹੋਟਲ ਵਾਲੇ ਦਾ ਕੰਮ ਪਿਆਰ ਨਹੀਂ, ਉਹਦਾ ਕੰਮ ਆਪਣੇ ਬਿਜ਼ਨਸ ਦੇ ਵਿੱਚ ਆਪਣੇ ਪੈਸੇ ਵੱਧ ਜੋੜਨਾ। ਸੋ ਮਾਂ ਦਾ ਖਾਣਾ ਜਿਹੜਾ ਹੁੰਦਾ, ਭੈਣ ਦਾ ਖਾਣਾ ਹੁੰਦਾ, ਵਾਈਫ ਦਾ ਖਾਣਾ ਹੁੰਦਾ, ਉਹ ਮੱਚ ਬੈਟਰ ਹੁੰਦਾ। ਤੇ ਕੋਸ਼ਿਸ਼ ਕਰੋ ਉਹ ਖਾਣਾ ਬਣਾਉਣ ਲੱਗੇ ਪਰਮਾਤਮਾ ਨੂੰ ਯਾਦ ਰੱਖੋ। ਤੇ ਘਰ ਦੇ ਖਾਣੇ ਵਰਗਾ ਆਨੰਦ ਨਹੀਂ। ਘਰ ਦਾ ਖਾਣਾ ਖਾ ਕੇ ਕਿਤੇ ਢਕਾਰ ਆਇਆ, ਘਰ ਦਾ ਖਾਣਾ ਖਾ ਕੇ ਕਿਤੇ ਇਹਨੂੰ ਖਾਦਾ। ਜੋ ਤੁਸੀਂ ਬਾਹਰ ਖਾਣੇ ਪਤਾ ਨਹੀਂ ਗੰਦੇ ਮੰਦੇ ਕਿਹੋ ਜਿਹੇ ਤੇਲ ਹੁੰਦੇ ਨੇ। ਇਹ ਨਾ ਕਰਨਾ ਉਹ ਮੈਨੂੰ ਸੂਹ ਕਰਦੇ, ਚਲੋ ਮੈਨੂੰ ਤਾਂ ਉਹਨੇ ਇਸ ਉਮਰ ਸੂਹ ਕਰਕੇ ਵੀ ਕੀ ਕਰਨਗੇ, ਮਰਨ ਦੇ ਕਿਨਾਰੇ ਬੈਠਾ। ਇਹ ਗੱਲ ਸੱਚਾਈ ਹੈ। ਤੇ ਜਿਹੜੇ ਕੁਛ ਹੁੰਦਾ ਜੀ ਖਾ ਕੇ ਉਹਨੇ ਉੱਥੇ ਸਾਨੂੰ ਢਕਾਰ ਆਉਂਦੇ ਨੇ, ਆਉਂ ਕੇ ਇਹਨੂੰ ਲੈਣੇ ਤੇ ਇੱਕ ਦਬਕੇ ਖਾ ਲੈਂਦੇ ਵੀ ਚਲੋ ਬਫੇ ਦਿੱਤਾ ਖਾਈ ਜਾਂਦੇ, ਪਲੇਟਾਂ ਥੁੰਨੀ ਜਾਂਦੇ ਆ। ਤੇ ਘਰ ਦਾ ਜਿੰਨਾ ਮਰਜ਼ੀ ਖਾ ਲਓ, ਕਦੇ ਢਕਾਰ ਨਹੀਂ ਆਉਂਦੇ, ਕੁਛ ਨਹੀਂ ਆਉਂਦੇ, ਵਧੀਆ ਹਜਮ ਵੀ ਹੋ ਜਾਂਦਾ। ਸੋ ਕੋਸ਼ਿਸ਼ ਕਰੋ, ਇਹਨੂੰ ਕਹਿੰਦੇ ਨੇ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ, ਚੰਗਾ ਸੋਚੋ। ਜਿਹੜੇ ਸਾਡੇ ਰਿਸ਼ਤੇਦਾਰ ਨੇ ਕੁਛ ਨੇ, ਬਜਾਏ ਪਿੱਛੋਂ ਗੱਲਾਂ ਕਰਦੇ, ਗਰੁੱਪ ਬਣਾਉਣ ਦੇ, ਤੁਹਾਨੂੰ ਪਤਾ ਛੋਟੀ ਜਿਹੀ ਗੱਲ ਕੀਤੀ ਦੀ ਵੱਡੀ ਹੁੰਦੀ ਹੈ। ਉਹ ਸੱਚਾਈ ਨਾਲ ਡੀਲ ਕਰੋ, ਇਨਸਾਫ ਨਾਲ ਗੱਲ ਡੀਲ ਕਰੋ। ਜਦੋਂ ਕਹਿਣਾ ਮੈਂ ਕੀ ਲੈਣਾ, ਕਿਵੇਂ ਕੀ ਕਰਨਾ, ਕਿਸੇ ਦੀ ਗੱਲ ਵਿੱਚ ਚੰਗੀ ਗੱਲ 'ਚ ਨਹੀਂ ਬੋਲਦੇ, ਛੁਪਾ ਕੇ ਰੱਖਦੇ ਹੋ ਗੱਲ, ਉਹਦੇ ਨਾਲ ਡਿਫਰੈਂਸਿਸ ਪੈਦਾ ਹੁੰਦੇ ਨੇ। ਜਦੋਂ ਆਪਾਂ ਦੁੱਖ ਸੁੱਖ 'ਚ ਨਹੀਂ ਕੰਮ ਆਉਂਦੇ, ਉਹ ਰਿਸ਼ਤੇਦਾਰੀ ਵੀ ਸਾਨੂੰ ਲਾਹਨਤ ਹੈ। ਜਦੋਂ ਅਸੀਂ ਝੂਠ ਬੋਲਦੇ ਹਾਂ, ਕੋਈ ਦੱਸਦੇ ਨਹੀਂ, ਪਲੈਨਿੰਗ ਨਹੀਂ ਕਰਦੇ, ਆਪਾਂ ਬਾਕੀ ਥਾਂ 'ਤੇ ਕਰਦੇ ਹਾਂ, ਕਿਸੇ ਨੂੰ ਹਾਈਡ ਕਰਦੇ ਹਾਂ, ਉਹ ਵੀ ਚੰਗੀਆਂ ਨਿਸ਼ਾਨੀਆਂ ਨਹੀਂ। ਇੱਕ ਦੂਜੇ ਨੂੰ ਜੋੜਨ ਦੀ ਕਰੋ, ਇਤਫਾਕ ਨਾ ਕਰੋ, ਤਾਂ ਕਿ ਦੁੱਖ ਸੁੱਖ ਦੇ ਵਿੱਚ ਉਹ ਜਿਹੜਾ ਰਿਸ਼ਤੇਦਾਰੀ ਹੈ ਨਾ, ਰਿਸ਼ਤੇਦਾਰ ਦਾ ਮਤਲਬ ਵੀ ਰਿਸ਼ਤਾ ਜਿਹੜਾ ਉਹ ਇੱਕ ਤਾਰ ਦਾ ਵਿੱਚ ਬਣ ਜੇ, ਇੱਕੋ ਜਿਹਾ ਹੋ ਜੇ, ਤਾਂ ਕਿ ਅਸੀਂ ਜਿਹੜਾ ਪ੍ਰੇਮ ਪਿਆਰ ਹੋਵੇ, ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਆਪਣਾ ਧੀਆਂ ਭੈਣਾਂ ਸਮਝੀਏ। ਇਹ ਨਹੀਂ ਹੈ ਕਿਸੇ ਦੀਆਂ ਚੁਗਲੀਆਂ ਕਰਦੇ ਵੀ ਉਹਦੀ ਕੁੜੀ ਅਵਾਰਾਗਰਦੀ ਕਰਦੀ ਹੈ, ਲੇਟ ਆਉਂਦੀ ਹੈ, ਸਾਨੂੰ ਕੀ ਪਤਾ ਸਾਡੀ ਕੁੜੀ ਕਿੰਨੀ ਕੁ ਲੇਟ ਆਉਂਦੀ ਹੋਵੇ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਆਪਣੇ ਆਪ ਸੁਧਾਰ ਕਰਨ ਦੀ। ਸੁਧਾਰ ਤਾਂ ਹੀ ਹੋਊਗਾ ਜਦੋਂ ਅਸੀਂ ਸਵੇਰੇ ਉੱਠ ਕੇ ਸਵੇਰੇ ਉੱਠੋ, ਹਰ ਵੇਲੇ ਉੱਠੋ, ਜਦੋਂ ਵੀ ਟਾਈਮ ਮਿਲੇ ਉਦੋਂ ਉੱਠੋ। ਰਾਤ ਨੂੰ ਸੌਣ ਲੱਗੇ ਜ਼ਰੂਰ 1 ਮਿੰਟ ਲਈ ਘੱਟੋ ਘੱਟ ਬੈਠੋ,
ਪੈ ਕੇ ਯਾਦ ਕਰੋ ਵੀ ਅੱਜ ਮੈਂ ਸਾਰੇ ਦਿਨ 'ਚ ਫਲਾਣੇ ਨੂੰ ਮਿਲਿਆ ਸੀ, ਉਹਨੂੰ ਕੋਈ ਵੱਧ ਘੱਟ ਤਾਂ ਨਹੀਂ ਗੱਲ ਕੀ, ਉਹਨੂੰ ਕੋਈ ਮਖੌਲ ਤਾਂ ਨਹੀਂ ਗੰਦਾ ਕਰ ਲਿਆ, ਉਹਨੂੰ ਕੋਈ ਗੱਲ ਚੁੰਮੀ ਤਾਂ ਨਹੀਂ ਕੀਤੀ, ਕੋਈ ਚੀਜ਼ ਹੋਰ ਦਿਖਾ ਕੇ ਦਿੱਤੀ ਹੋਰ ਤਾਂ ਨਹੀਂ, ਹੇਰਾ ਫੇਰੀ ਤਾਂ ਨਹੀਂ ਕੀਤੀ, ਝੂਠ ਤਾਂ ਨਹੀਂ ਬੋਲਿਆ, ਕਿਸੇ ਨੂੰ ਗੁੱਸੇ ਤਾਂ ਨਹੀਂ ਹੋ ਗਿਆ, ਕਿਸੇ ਨੂੰ ਕਾਰ ਵਧਾਉਣਗੇ ਉਂਗਲੀ ਤਾਂ ਨਹੀਂ ਕਰਤੀ, ਉਹਦਾ ਕੀ ਫਾਇਦਾ। ਸੋ ਜਦੋਂ ਇਹੋ ਜਿਹੀਆਂ ਗੱਲਾਂ ਨੇ ਫਿਰ ਪਰਮਾਤਮਾ ਤੋਂ ਮਾਫੀ ਮੰਗੋ। ਜੇ ਤੁਹਾਨੂੰ ਬੰਦਾ ਪਤਾ ਸਵੇਰੇ ਫੋਨ ਕਰਕੇ ਉਹਦੇ ਕੋਲੋਂ ਮਾਫੀ ਮੰਗ ਲਓ। ਸੋ ਸਾਡੀ ਜ਼ਿੰਦਗੀ ਫਿਰ ਸੁਧਾਰ ਆਉਂਦਾ। ਜਿਵੇਂ ਕੱਪੜਾ ਮੈਲਾ ਹੁੰਦਾ, ਸਾਬਣ ਲਾ ਕੇ ਅਸੀਂ ਧੋਣੇ ਆ ਤਾਂ ਉਹਦੀ ਮੈਲ ਹੌਲੀ ਹੌਲੀ ਨਿਖਰੀ ਜਾਂਦੀ, ਜਿਉਂ ਜਿਉਂ ਅਸੀਂ ਰਗੜਦੇ ਹਾਂ ਮੈਲ ਸਾਫ਼ ਹੋ ਜਾਂਦੀ ਹੈ। ਸੋ ਇਸ ਕਰਕੇ ਜਿਹੜੀਆਂ ਸਾਡੀਆਂ ਮੈਲਾਂ ਚੜੀਆਂ ਨੇ ਨਾ, ਉਹ ਮੈਲਾਂ ਨੂੰ ਜਿਹੜਾ ਉਤਾਰਨ ਦਾ ਢੰਗ ਇੱਕੋ ਹੀ ਹੈ ਕਿ ਆਪਣੇ ਆਪ ਨੂੰ ਪਛਤਾਤਾਪ ਕਰੀਏ, ਪਰਮਾਤਮਾ ਦੇ ਲੜ ਲੱਗੀਏ। ਸੋ ਇਸ ਕਰਕੇ ਟਾਈਮ ਹੁਣ ਖਤਮ ਹੈ। ਸੋ ਮੈਂ ਸੋਚਿਆ ਨਹੀਂ ਸੀਗਾ, ਜੋ ਵੀ ਕਿਹਾ ਗਿਆ ਜੇ ਕੋਈ ਵੱਧ ਘੱਟ ਕਿਹਾ ਗਿਆ ਭੁੱਲ ਭੁਲੇਖੇ ਨਾਲ, ਇੰਟੈਂਸ਼ਨਲੀ ਮੈਂ ਕਿਸੇ ਨੂੰ ਨਹੀਂ ਕਿਹਾ, ਚਾਹੇ ਉਹ ਕੋਈ ਮੇਰਾ ਰਿਸ਼ਤੇਦਾਰ ਹੈ, ਚਾਹੇ ਕੋਈ ਦੋਸਤ ਹੈ, ਚਾਹੇ ਮੇਰੀ ਘਰ ਵਾਲੀ ਹੈ, ਚਾਹੇ ਮੇਰਾ ਕੋਈ ਮੁੰਡਾ, ਚਾਹੇ ਕੋਈ ਮੇਰੀ ਨੂੰਹ ਹੈ। ਮੈਂ ਤਾਂ ਜੋ ਪਰਮਾਤਮਾ ਕਹਾਉਂਦਾ ਉਹ ਕਿਹਾ, ਔਰ ਮੈਂ ਆਪਣੇ ਆਪ ਤੇ ਲਾਗੂ ਕਰਦਾ। ਮੇਰੇ 'ਚ ਤਾਂ ਆਪਣੇ ਅਵਗੁਣ ਮੇਰੇ ਬਾਪ ਜੀ बख्शो गरीब निवाज, मैं जो पूत कपूत हूँ तो पिता को लाज, अवगुण किए तो बहु किए करत ना लागी डार, पामे बंदा बख्श दे पामे गर्दन मार, बख्शो बख्शो बख्श दो बख्शो गरीब नवाज, मैं जो पूत कपूत हूँ तो पिता को लाज। थैंक यू वेरी मच।